ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸਮਤ ਪਰਕਾਸਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸਮੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਲੂ ਲਛਨ ਦੇਖ ਅਸ ਦੈਵਕ ਵਾਕ ਸੰਭਾਰ। ਗਿਨਤ ਗਟੀ ਉਰ ਅਟਪਟੀ ਤਿਹ ਕੇ ਗਇਓ ਅਗਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿਤ ਚਵਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਜੀ ਕੇ ਆਤਮਿਕ ਜੋਤ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਵਾਇਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤ ਸੰਗੀ ਜਨੋ। ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰਸਿੱਖਾਂ ਦੀ ਰਸਮਾਂ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਪਾਵਨ ਜੀਵਨ ਦੀ ਕਥਾ ਦਾ। 5 ਸਾਲ ਦੀ ਉਮਰ ਹੋਈ ਸਤਿਗੁਰਾਂ ਜੀ ਦੀ। ਜਿਸ ਕਾਰਜ ਨੂੰ ਕਰਨ ਦੇ ਲਈ ਆਏ
ਉਹ ਸੰਸਾਰ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ। ਘਰੋਂ ਭਾਂਡਾ ਮਿਲ ਗਿਆ, ਵਸਤਰ ਮਿਲ ਗਿਆ, ਗਹਿਣਾ ਮਿਲ ਗਿਆ, ਖਿੱਚ ਧੂ ਕਰਕੇ ਘਰੋਂ ਚੁੱਕ ਕੇ ਲੈ ਜਾਂਦੇ ਕਿ ਬਾਹਰ ਕਿਸੇ ਲੋੜਵੰਦ ਨੂੰ ਦੇ। ਇੱਕ ਦਿਨ ਮਾਤਾ ਜੀ ਨੇ ਵੇਖ ਲਿਆ ਕਿ ਸਮਾਨ ਚੁੱਕਿਆ ਤੇ ਮੁੜ ਕੇ ਖਾਲੀ ਹੱਥ ਘਰੇ ਆ ਗਿਆ। ਮਾਤਾ ਨੇ ਡੰਡਾ ਚੁੱਕਿਆ, ਕਹਿਣ ਲੱਗੀ ਸੱਚੀ ਸੱਚੀ ਗੱਲ ਦੱਸ ਵੀ ਕਿੱਥੇ ਸੁੱਟ ਕੇ ਆਇਆ, ਕਿਹਨੂੰ ਦੇ ਕੇ ਆਇਆ। ਪਾਤਸ਼ਾਹ ਜੀ ਨੇ ਨੀਵੀਂ ਪਾਈ, ਅੱਖਾਂ 'ਚ ਆਂਸੂ ਆ ਗਏ। ਇੰਨੇ ਨੂੰ ਚਾਚਾ ਲਾਲੂ ਜੀ ਨੇ ਆ ਕੇ ਕਿਹਾ, ਭਰਜਾਈ ਇੰਨਾ ਕਿਉਂ ਤਾੜਦੀ ਹੈ, ਛੋਟਾ ਬੱਚਾ ਹੈ। ਕਹਿੰਦੇ ਨਹੀਂ ਤੈਨੂੰ ਨਹੀਂ ਪਤਾ, ਅੱਜ ਪਤਾ ਲੱਗਿਆ ਵੀ ਸਾਡੇ ਘਰ ਦਾ ਸਮਾਨ ਜਾਂਦਾ ਕਿੱਥੇ ਹੈ, ਕੌਣ ਚੁੱਕਦਾ, ਕੌਣ ਚੋਰੀ ਕਰਦਾ। ਮੈਂ ਤੇ ਗੁਆਂਢੀਆਂ ਨੂੰ ਪੁੱਛਦੀ ਰਹੀ, ਨੌਕਰਾਂ ਵੱਲ ਵੇਂਦੀ ਰਹੀ। ਚਾਚਾ ਜੀ ਨੇ ਗੋਦ 'ਚ ਲਿਆ। ਇਤਨੇ ਨੇ ਮਾਂ ਨੇ ਵੀ ਪਛਤਾਵਾ ਕਰਿਆ ਵੀ ਛੋਟਾ ਬੱਚਾ, ਇੰਨਾ ਥੋੜ੍ਹੀ ਘੂਰਨਾ ਚਾਹੀਦਾ ਸੀ। ਗੋਦ 'ਚ ਲੈ ਕੇ ਪੁੱਤਰ ਦੇ ਮੋਹ ਦੇ ਵਿੱਚ ਮਾਤਾ ਮਸਤ ਹੋ ਜਾਂਦੀ ਕਿ ਕੋਈ ਪੁੱਤਰ ਹੈ ਮੇਰਾ, ਵੱਡਾ ਹੋ ਕੇ ਆਪਣੇ ਆਪ ਹੀ ਸਮਝ ਆ ਜਾਵੇ। ਕਮਲੀਏ ਇੰਨਾ ਨਹੀਂ ਸੀ ਤਾੜਨਾ ਚਾਹੀਦਾ। ਇਹਨਾਂ ਨੂੰ ਸਤਿਗੁਰੂ ਜੀ ਗੋਦ 'ਚੋਂ ਗਏ ਤੇ ਜਾ ਕੇ ਬੱਚਿਆਂ ਦੇ ਵਿੱਚ ਖੇਡਣ ਲੱਗ ਜਾਂਦੇ ਹਨ। ਇਹ ਸਿੱਖਿਆ ਸਤਿਗੁਰਾਂ ਜੀ ਨੇ ਦੇਣਾ ਕੀਤੀ ਕਿ ਧਰਮ ਦੇ ਅੰਦਰ ਦੇਣ ਦੀ ਭਾਵਨਾ, ਭਾਈ ਦੇਣ ਤੋਂ ਹੀ ਧਰਮ ਸ਼ੁਰੂ ਹੁੰਦਾ ਹੈ। ਇਸ ਤੋਂ ਅੱਗੇ ਕਥਾ ਦੀ ਰਮਤਾ ਹੁੰਦੀ ਆ। ਔਰ ਰਸਨਾ ਤੇ ਮੁਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਲੂ ਲੱਛਣ ਦੇਖ ਅਸ ਦੈਵਕ ਵਾਕ ਸੰਭਾਰ। ਜਦੋਂ ਪਿਤਾ ਜੀ ਘਰੇ ਆਉਂਦੇ ਸ਼ਾਮ ਨੂੰ, ਮਾਤਾ ਤ੍ਰਿਪਤਾ ਨੇ ਸਾਰੀ ਗੱਲ ਦੱਸੀ ਕਿ ਅੱਜ ਪਤਾ ਲੱਗਿਆ ਵੀ ਆਪਣਾ ਸਮਾਨ ਕੌਣ ਚੁੱਕਦਾ, ਕਿੱਥੇ ਲਿਜਾਂਦਾ ਹੈ। ਪਿਤਾ ਜੀ ਪੁੱਛਦੇ ਵੀ ਕੌਣ ਹੈ? ਕਹਿੰਦੇ ਤੇਰਾ ਲਾਡਲਾ, ਤੇਰਾ ਪੁੱਤਰ ਹੀ ਕਰਦਾ ਇਹ ਕੰਮ। ਕਹਿੰਦਾ ਅੱਛਾ। ਕਹਿੰਦਾ ਕੋਈ ਨਹੀਂ, ਫਿਰ ਮੈਂ ਪ੍ਰੋਹਤ ਨਾਲ ਗੱਲ ਕਰਦਾ। ਲੱਛਣ ਵੇਖ ਕੇ ਬਚਪਨ ਦੇ ਵਿੱਚ ਪਿਤਾ ਜੀ ਹਰਦਿਆਲ ਪ੍ਰੋਹਤ ਦੇ ਕੋਲ ਚਲੇ ਜਾਂਦੇ ਹਨ। ਗਿਣਤ ਗਟੀ ਉਰ ਅਟਪਟੀ ਤਿਹ ਕੇ ਗਇਓ ਅਗਾਰ। ਮਨ ਦੇ ਵਿੱਚ ਹਿਸਾਬ ਕਿਤਾਬ ਜਾਂ ਲਾਉਂਦੇ ਹੁੰਦੇ ਵੀ ਆਹ ਕੀ ਹੋਣ ਲੱਗ ਪਿਆ। ਇਤਨੇ ਨੂੰ ਪ੍ਰੋਹਤ ਦੇ ਘਰੇ ਪਹੁੰਚ ਗਏ। ਚੌਪਈ ਦਿਜ ਕੋ ਦੇਖ ਬਦਨ ਤੇ ਬੋਲਿਓ। ਅੱਗੇ ਪ੍ਰੋਹਤ ਜੀ ਮਿਲ ਗਏ ਤੇ ਦੇਖਦਿਆਂ ਹੀ ਪਿਤਾ ਕਾਲੂ ਜੀ ਕਹਿਣ ਲੱਗੇ, ਭਲੋ ਆਪ ਨੇ ਜੋ ਤਿਸ ਟੋਲਿਓ। ਕਹਿੰਦੇ ਪੰਡਤ ਜੀ ਵਾਹ ਵਾਹ ਜੋਤਿਸ ਵਿਦਿਆ ਤੁਸੀਂ ਵੇਖੀ, ਹਿਸਾਬ ਕਿਤਾਬ ਲਾਇਆ। ਤੁਮਰੋ ਕਹਿਓ ਨਾ ਹੁਰ ਪਾਏ ਕੂ। ਕਹਿੰਦੇ ਤੇਰੀ ਕਹੀ ਹੋਈ ਵੀ ਗੱਲ ਇੱਕ ਵੀ ਨਹੀਂ ਪੂਰੀ ਹੋ ਰਹੀ, ਸਾਰਾ ਕੁਝ ਉਲਟਾ ਹੀ ਹੋ ਜਾਂਦਾ ਹੈ। ਨਹੀਂ ਕੁਝ ਸੱਚ ਹੋ ਰਿਹਾ ਤੇਰਾ ਕਿਹਾ। ਵਰਣਨ ਕੀਨੇ ਗੁਣ ਜੋ ਅਨੇਕੂ। ਜਿਹੜੇ ਤੁਸੀਂ ਜਨਮ ਵੇਲੇ ਮੇਰੇ ਪੁੱਤਰ ਦੇ ਵਿੱਚ ਗੁਣ ਦੱਸੇ ਸਨ, ਤੇ ਕੇ ਲੱਛਣ ਤੇ ਮੈਂ ਜਾਣੀ। ਦੇ ਉਹਦੇ ਲੱਛਣ ਵੇਖ ਕੇ ਮੈਂ ਹਿਸਾਬ ਲਾ ਲਿਆ। ਤੁਹਾਨੂੰ ਤਾਂ ਨਹੀਂ ਪਤਾ ਲੱਗਿਆ ਦੇਖ ਕੇ ਜੋਤਿਸ ਵਿਦਿਆ, ਪਰ ਮੈਨੂੰ ਪਤਾ ਚੱਲ ਗਿਆ। ਮੈਂ ਦੇਖ ਕੇ ਤੈਨੂੰ ਦੱਸ ਦੇਣਾ ਲੱਛਣ। ਧਨ ਹਾਨੀ ਹੋਏ ਮਨ ਅਨੁਮਾਨੀ। ਮੈਂ ਹਿਸਾਬ ਲਾ ਲਿਆ ਵੀ ਮੇਰੇ ਘਰ ਦੇ ਵਿੱਚ ਧਨ ਦੀ ਹਾਨੀ ਹੋਊਗੀ, ਨੁਕਸਾਨ ਹੋਊਗਾ।
ਤੂੰ ਤੇ ਗ੍ਰੰਥ ਪੜ੍ਹ ਕੇ ਦੱਸਿਆ, ਮੈਂ ਤੈਨੂੰ ਦੇਖ ਕੇ ਦੱਸਦਾ। ਹਿਸਾਬ ਲਾਓ, ਮੈਂ ਤੇ ਲਾ ਲਿਆ ਕਿ ਜਿਸ ਹਿਸਾਬ ਦੇ ਨਾਲ ਮੇਰੇ ਘਰ ਦੇ ਵਿੱਚੋਂ ਹੁਣੇ ਹੀ ਚੀਜ਼ਾਂ ਬਾਹਰ ਜਾਣ ਲੱਗ ਪਈਆਂ, ਗਾਇਬ ਹੋਣ ਲੱਗ ਪਈਆਂ, ਮੁੜ ਕੇ ਜਿਹੜੀ ਚੀਜ਼ ਗਈ ਆਉਂਦੀ ਨਹੀਂ। ਜਿਉਂ-ਜਿਉਂ ਵੱਡਾ ਹੋਊਗਾ ਤਿਉਂ-ਤਿਉਂ ਹੋਰ ਨੁਕਸਾਨ ਕਰੂਗਾ। ਹਾਲੇ ਤਾਂ ਚੀਜ਼ ਪੂਰੀ ਚੁੱਕੀ ਵੀ ਨਹੀਂ ਜਾਂਦੀ, ਖਿੱਚ ਕੇ ਲੈ ਜਾਂਦਾ। ਹਾਲ ਤਾਂ ਵੱਡੇ ਹੋ ਕੇ ਧਨ ਦਾ ਹੋਰ ਨੁਕਸਾਨ ਹੋਣਾ। ਭਲੋ ਛਤਰ ਮੁਝ ਧਾਮ ਫਿਰਾਇਓ। ਆ ਬੜਾ ਵਧੀਆ ਛਤਰ ਤੂੰ ਮੇਰੇ ਘਰ ਤੇ ਫਰਾ ਦਿੱਤਾ। ਅਗਲੀ ਦੀਨੀ ਵਸਤ ਗਵਾਇਓ। ਜਿਹੜੀਆਂ ਅਗਲੀਆਂ ਦਿੱਤੀਆਂ ਹੋਈਆਂ ਸਨ ਉਹ ਵੀ ਘਰੋਂ ਗਵਾਉਣੀਆਂ ਸ਼ੁਰੂ ਕਰ ਦਿੱਤੀਆਂ। ਜੋ ਲੇਵਹਿ ਸੋ ਜਾਏ ਗਵਾਵਹਿ। ਜਿਹੜੀ ਚੀਜ਼ ਹੱਥ ਲੱਗ ਗਈ, ਚੁੱਕੀ ਗਈ, ਖਿੱਚੀ ਗਈ, ਬਾਹਰ ਜਾ ਕੇ ਸੁੱਟ ਦਿੰਦਾ, ਗਵਾ ਦਿੰਦਾ, ਪਤਾ ਨਹੀਂ ਕਿਹਨੂੰ ਦਿੰਦਾ ਹੈ। ਬੂਝੈ ਜੇ ਨਹਿ ਕਛੂ ਬਤਾਵਹਿ। ਜੇ ਅਸੀਂ ਪੁੱਛਦੇ ਆਂ ਤੇ ਦੱਸਦਾ ਨਹੀਂ ਹੈ, ਚੁੱਪ ਕਰਕੇ ਖੜ ਜਾਂਦਾ ਅੱਗੇ ਨੀਵੀਂ ਪਾ ਕੇ। ਗਨਨਾ ਗਿਨੀ ਗੁਨੀ ਨਿਰਗੁਨੀ। ਜਿਹਦੇ ਵੀ ਜਿਹੜਾ ਹਿਸਾਬ ਕਿਤਾਬ ਤੁਸੀਂ ਲਾਇਆ ਸੀ ਨਾ, ਤੁਸੀਂ ਕਹਿੰਦੇ ਵੀ ਮੈਂ ਘਰੇ ਜਾ ਕੇ ਗ੍ਰੰਥ ਪੜ੍ਹਦਾ, ਲਾਇਆ ਜਿਹੋ ਜਿਹਾ ਨਾ ਲਾਇਆ ਇੱਕੋ ਹੀ ਬਰਾਬਰ ਲੱਗਦਾ ਹੈ। ਤੁਮ ਗੁਣਵਾਨ ਭਨੀ ਅਨਬਨੀ। ਕਿਉਂਕਿ ਜਿਹੜਾ ਤੁਸੀਂ ਹਿਸਾਬ ਕਿਤਾਬ ਲਾਇਆ ਉਹ ਸਾਰਾ ਹੀ ਉਲਟ ਹੋ ਰਿਹਾ ਕੰਮ। ਮੈਂ ਸਮਝਦਾ ਵੀ ਤੁਸੀਂ ਲਾਇਆ ਹੀ ਨਹੀਂ ਹਿਸਾਬ, ਕਿਉਂਕਿ ਉਲਟਾ ਹੋਣਾ ਸ਼ੁਰੂ ਹੋ ਗਿਆ। ਦੋਹਰਾ ਮਨ ਹਰਿ ਖਾਵਨ ਕੇ ਨਿਮਿਤ ਮੁਝ ਸੋ ਕਿਧੋ ਸੁਨਾਏ। ਕਹਿੰਦੇ ਪੰਡਤ ਜੀ ਵੀ ਐਂ ਤਾਂ ਨਹੀਂ ਹੋਇਆ ਵੀ ਤੁਸੀਂ ਮੈਨੂੰ ਖੁਸ਼ ਕਰਨ ਵਾਸਤੇ ਗੱਲਾਂ ਬਣਾ ਕੇ ਕਹਿਤੀਆਂ ਇਹ ਜਦੋਂ ਪਟਵਾਰੀ ਦਾ ਘਰ ਹੈ 4 ਪੈਸੇ ਵੱਧ ਦੇ ਦਿਊਗਾ। ਪੈਸੇ ਤਾਂ ਮੈਂ ਵੈਸੇ ਵੀ ਤੁਹਾਨੂੰ ਦੇ ਹੀ ਦੇਣੇ ਸੀ, ਮੈਨੂੰ ਖੁਸ਼ ਕਰਨ ਵਾਸਤੇ ਤਾਂ ਨਹੀਂ ਬਣਾਈਆਂ ਗੱਲਾਂ ਤੁਸੀਂ ਇਹ ਵੀ ਜਜਮਾਨ ਤੋਂ ਲੈਣ ਵਾਸਤੇ ਉਹਦੇ ਸੋਹਲੇ ਗਾ ਦੇਈਦੀਆਂ, ਫਿਰ ਉਹ ਖੁਸ਼ ਹੋ ਕੇ ਦੇ ਦਿੰਦਾ। ਐਂ ਤਾਂ ਨਹੀਂ ਕੀਤਾ ਤੁਸੀਂ ਕਿ ਮੈਨੂੰ ਖੁਸ਼ ਕਰਨ ਵਾਸਤੇ ਸਾਰੀਆਂ ਗੱਲਾਂ ਬਣਾਈਆਂ ਹੋਣ। ਗਣਨਾ ਕਰਤੇ ਚੁੱਕ ਗਏ ਕਿਧੋ ਨਾ ਜਾਣਿਓ ਜਾਏ। ਜਾਂ ਕਹਿੰਦੇ ਵੀ ਪੰਡਤ ਜੀ ਫੇਰ ਨਾ ਤੁਸੀਂ ਹਿਸਾਬ ਕਿਤਾਬ ਲਾਉਂਦੇ ਹੋਏ ਕਿਤੇ ਚੁੱਕ ਗਏ, ਹਿਸਾਬ ਕਿਤਾਬ ਤੁਹਾਡੇ ਸਹੀ ਨਹੀਂ ਲੱਗੇ, ਕਿਤੇ ਨਾ ਕਿਤੇ ਗਲਤੀ ਹੋ ਗਈ। ਪਿੰਡ ਦੇ ਵਿੱਚ ਜਿਹੜਾ ਪ੍ਰੋਹਤ ਸੀ ਨਾ ਉਹ ਅੰਨਾ ਸੀ, ਪਰ ਹੁਣ ਜੇ ਅੰਨਾ ਸੀ ਹੁਣ ਰੋਜੀ ਰੋਟੀ ਥੋੜ੍ਹੀ ਛੱਡਣੀ ਸੀ, ਉਹਨੇ ਕੰਮ ਉਹਨੇ ਜਾਰੀ ਰੱਖਿਆ। ਉਹਨੇ ਕੀ ਕੀਤਾ ਹੋਇਆ ਵੀ ਹਿਸਾਬ ਰੱਖਿਆ ਹੋਇਆ ਸੀ ਵੀ ਬੱਕਰੀ ਦੀਆਂ ਮੀਂਗਣਾ ਉਹ ਝੱਕਰੀ 'ਚ ਪਾ ਕੇ ਰੱਖਦਾ ਹੁੰਦਾ ਸੀ ਕਿ ਜਦੋਂ ਕਿਸੇ ਨੇ ਆਉਣਾ ਵੀ ਪਾਂਦਾ ਜੀ ਅੱਜ ਕੀ ਹੈ, ਚੌਥ ਹੈ, ਪੰਚਮੀ, ਉਹਨੇ ਆਪਣੀਆਂ ਮੀਂਗਣਾ ਗਿਣਨੀਆਂ ਕੱਢ ਕੇ ਤੇ ਦੱਸ ਦੇਣੀਆਂ ਵੀ 8 ਮੀਂਗਣਾ ਨੇ ਭਾਈ, ਅੱਜ 8ਓਂ ਹੈ। ਉਹ ਕਿਤੇ ਝੱਕਰੀ 'ਚ ਬੱਕਰੀ ਕੰਮ ਡਾਇਰੈਕਟ ਕਰ ਗਈ, ਮੀਂਗਣਾ ਕਰ ਗਈ ਝੱਕਰੀ 'ਚ। ਤੇ ਪੁੱਛਣ ਵਾਲਾ ਆਇਆ ਕਈ ਦਿਨਾਂ ਬਾਅਦ, ਉਹ ਮੀਂਗਣਾ ਸੁੱਕ ਗਈਆਂ। ਉਹ ਪੰਡਤ ਜੀ ਗਿਣੀ ਜਾਣ ਵੀ ਇਹ 15 ਤੋਂ ਵੱਧ ਤਾਂ ਹੋਣੀਆਂ ਨਹੀਂ ਚਾਹੀਦੀਆਂ, ਇਹ ਹਿਸਾਬ 'ਚ ਨਹੀਂ ਆਉਂਦੀਆਂ। ਤੇ ਉਹ ਕਹਿੰਦੇ ਪੰਡਤ ਜੀ ਦੱਸ ਨਹੀਂ ਰਹੇ ਵੀ ਅੱਜ ਥਿਤ ਕੀ ਹੈ। ਕਹਿੰਦੇ ਭਾਈ ਅੱਜ ਤੱਕ ਘਬਲ 14 ਹੋਈ ਪਈ ਹੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਹਿਸਾਬ ਹੀ ਨਹੀਂ ਹਾਰਿਆ, ਘਬਲ 14 ਹੋਈ ਪਈ। ਪਿਤਾ ਜੀ ਕਹਿੰਦੇ ਵੀ ਕਿਤੇ ਹਿਸਾਬ ਕਿਤਾਬ ਲਾਉਂਦੇ ਹੋਏ ਇਹੋ ਜਿਹੀ ਗੜਬੜ ਤਾਂ ਨਹੀਂ ਹੋਊਗੀ ਕੋਈ, ਹਿਸਾਬ ਕੋਈ ਹੋਰ ਲਾਉਂਦੇ ਤੇ ਵਿੱਚ ਹੋਰ ਹਿਸਾਬ ਲਾ ਕੇ ਦੱਸਦਾ ਕਿਸੇ ਦਾ। ਦੋ ਗੱਲਾਂ ਨੇ, ਜਾਂ ਤੋਂ ਤੂੰ ਮੈਨੂੰ ਖੁਸ਼ ਕਰਨ ਵਾਸਤੇ ਕਹੀਆਂ ਨੇ ਇਹ ਗੱਲਾਂ, ਤੇ ਜਾਂ ਫਿਰ ਤੁਹਾਨੂੰ ਹਿਸਾਬ ਕਿਤਾਬ ਲੱਗਿਆ ਨਹੀਂ ਹੈ, ਉਮਰ ਵੀ ਵਾਹਵਾ ਹੋ ਗਈ ਤੁਹਾਡੀ, ਜਾਂ ਫਿਰ ਹਿਸਾਬ ਕਿਤਾਬ ਦੇ ਵਿੱਚ ਭੁੱਲ ਚੁੱਕ ਹੋ ਗਈ, ਅੱਗੇ ਪਿੱਛੇ ਹੋ ਗਿਆ ਕੰਮ। ਚੌਪਈ ਸੁਨ ਕਰ ਦਿਜਬਰ ਕਾਲੂ ਬਾਨੀ। ਜਿਸ ਵਕਤ ਪ੍ਰੋਹਤ ਜੀ ਨੇ ਪਿਤਾ ਜੀ ਦੇ ਬਚਨ ਸੁਣੇ ਹਰਦਿਆਲ ਨੇ, ਹੁਤੀ ਅਸ਼ਰਦਾ ਮਹਿ ਲਪਟਾਨੀ। ਤੇ ਉਹ ਸਮਝ ਗਿਆ ਵੀ ਇਹਦੇ ਅੰਦਰ ਭਾਵਨਾ ਕੋਈ ਨਹੀਂ ਹੈ, ਬੋਲਣ ਤੋਂ ਪਤਾ ਚੱਲ ਜਾਂਦਾ। ਜਿਹੜਾ ਬੰਦਾ ਸ਼ਰਧਾ ਵਾਲਾ ਹੈ ਉਹ ਕਿਸ ਤਰ੍ਹਾਂ ਗੱਲ ਕਰਦਾ ਹੈ,
ਤੇ ਜਿਹਦਾ ਅਸ਼ਰਧਕ ਹੈ ਨਹੀਂ, ਉਹ ਕਿਵੇਂ ਗੱਲ ਕਰਦਾ? ਦੋਵਾਂ 'ਚ ਬੋਲਣ ਤੋਂ ਹੀ ਪਤਾ ਲੱਗ ਜਾਂਦਾ। ਪੰਡਤ ਜੀ ਸਮਝ ਗਏ ਵੀ ਇਹਦੇ ਅੰਦਰ ਭਾਵਨਾ ਕੋਈ ਨਹੀਂ ਹੈ, ਭਾਵਨਾ ਤੋਂ ਇਹ ਖਾਲੀ ਜਾਪਦਾ ਹੈ। ਇੰਨੀਆਂ ਗੱਲਾਂ ਤਾਂ ਹੀ ਕਹਿ ਗਏ ਨੇ ਕੋਈ ਸਾਹ ਦੇ ਵਿੱਚ ਨਹੀਂ ਹੈ ਇਹਦੇ ਅੰਦਰ ਸ਼ਰਧਾ। ਤਿਸ ਉਰ ਸ਼ਰਧਾ ਦੇਵਨ ਹੇਤੂ। ਚਲੋ ਮੈਂ ਕੋਸ਼ਿਸ਼ ਕਰਦਾ ਵੀ ਜੇ ਕਿਤੇ ਭਾਵਨਾ ਬਣ ਜੇ, ਹੈ ਤਾਂ ਨਹੀਂ, ਕੋਸ਼ਿਸ਼ ਕਰਦਾ। ਭਾਵਨਾ ਬਣਾਉਣ ਦੀ ਖਾਤਰ ਕਹਿਣ ਲੱਗੇ, ਬੋਲਿਓ ਬਚਨ ਵਿਪਰ ਕੁਲ ਕੇਤੂ। ਚੰਗੀ ਕੁਲ ਦਾ ਪੰਡਤ ਪ੍ਰਹੋਤ ਹਰਦਿਆਲ ਕਹਿਣ ਲੱਗਿਆ, ਇੱਕ ਲੱਛਣ ਮੈਂ ਤਬ ਹੀ ਹੇਰਾ। ਕਹਿੰਦੇ ਮਹਿਤਾ ਜੀ ਉਦੋਂ ਮੈਂ ਇੱਕ ਲੱਛਣ ਹੋਰ ਵੀ ਵੇਖਿਆ ਸੀ। ਜਦੋਂ ਮੈਂ ਹਿਸਾਬ ਕਿਤਾਬ ਲਾ ਰਿਹਾ ਸੀ ਨਾ, ਇੱਕ ਲੱਛਣ ਇਹ ਵੀ ਵੇਖਿਆ ਮੈਂ, ਕਹਿਓ ਨਾ ਸੋ ਭਿਖ ਆਨੰਦ ਤੇਰਾ। ਪਰ ਉਦੋਂ ਤੁਹਾਡੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ, ਇਸ ਕਰਕੇ ਫਿਰ ਮੈਂ ਉਹ ਗੱਲ ਤੁਹਾਡੇ ਘਰੇ ਕਹੀ ਨਹੀਂ, ਕਿਉਂਕਿ ਮਾਹੌਲ ਹੁੰਦਾ ਹੈ, ਖੁਸ਼ੀ ਦਾ ਮਾਹੌਲ ਬਣਿਆ, ਆਪਾਂ ਉੱਥੇ ਦੁੱਖ ਵਾਲੀ ਗੱਲ ਨਹੀਂ ਕਰਦੇ। ਜਿੱਥੇ ਦੁੱਖ ਵਾਲਾ ਮਾਹੌਲ, ਉੱਥੇ ਆਪਾਂ ਸੁੱਖ ਦੀ ਖੁਸ਼ੀ ਦੀ ਗੱਲ ਨਹੀਂ ਕਰਦੇ। ਹੁਣ ਵਿਆਹ ਦੇ ਵਿੱਚ ਅਸੀਂ ਮਰਿਆਂ ਦੀ ਗੱਲ ਥੋੜ੍ਹੀ ਕਰਦੇ, ਜਿੱਥੇ ਮਰੇ ਆ ਉੱਥੇ ਵਿਆਹ ਦੀ ਗੱਲ ਨਹੀਂ ਕਰਦੇ, ਵੀ ਚੰਗੀ ਨਹੀਂ ਲੱਗਦੀ ਹੈ ਨਾ। ਕਹਿੰਦੇ ਵੀ ਤੁਹਾਡੇ ਘਰੇ ਖੁਸ਼ੀ ਨਹੀਂ ਸੀ ਪੁੱਤਰ ਹੋਣ ਦੀ, ਇਸ ਕਰਕੇ ਮੈਂ ਉਹ ਗੱਲ ਫਿਰ ਤੁਹਾਨੂੰ ਨਹੀਂ ਕਹੀ ਵੀ ਤੁਹਾਡਾ ਮਾਣ ਨਾ ਟੁੱਟੇ। ਪ੍ਰਗਟ ਭਇਓ ਮੈਂ ਸੋ ਅਬ ਜਾਣਿਓ। ਤੇ ਉਹ ਜਿਹੜਾ ਲੱਛਣ ਸੀ, ਉਹ ਜਿਹੜਾ ਗੁਣ ਸੀ ਨਾ, ਉਹ ਹੁਣ ਪ੍ਰਗਟ ਹੋ ਗਿਆ ਹੈ। ਉਦੋਂ ਮੈਂ ਤੁਹਾਨੂੰ ਨਹੀਂ ਦੱਸਿਆ ਤੇ ਹੁਣ ਪ੍ਰਗਟ ਹੋ ਗਿਆ, ਤੇ ਮੈਂ ਸਮਝ ਗਿਆ। ਹੁਣ ਮੈਨੂੰ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਹੈ, ਕਿਉਂਕਿ ਹੁਣ ਸਾਹਮਣੇ ਆ ਗਈ ਗੱਲ। ਹੁਣ ਮੈਂ ਦੇਖ ਲਿਆ, ਸਾਹਮਣੇ ਆ ਗਿਆ। ਜੋ ਤੋ ਸੋ ਨਹਿ ਤਬ ਹੈ ਬਖਾਨਿਓ। ਜਿਹੜਾ ਮੈਂ ਨਹੀਂ ਸੀ ਦੱਸਿਆ ਤੁਹਾਨੂੰ ਉਸ ਵਕਤ, ਬਾਲਕ ਕੇ ਸੰਬੰਧੀ ਜੇਤੇ। ਵੀ ਜਿੰਨੇ ਵੀ ਇਹ ਬੱਚੇ ਦੇ ਸੰਬੰਧੀ ਹੋਣਗੇ, ਮਹਿਮਾ ਲਖ ਨ ਸਕਹਿਗੇ ਤੇਤੇ। ਉਹਨਾਂ ਨੂੰ ਨਹੀਂ ਇਹਦੇ ਬਾਰੇ ਪਤਾ ਚੱਲਣਾ, ਨੇੜੇ ਦਿਆਂ ਨੂੰ ਨਾਲ ਦਿਆਂ ਨੂੰ ਪਤਾ ਨਹੀਂ ਚੱਲਣਾ, ਕਿਉਂਕਿ ਉਹਨਾਂ ਦੀ ਭਾਵਨਾ ਨਹੀਂ ਬਣਦੀ ਹੁੰਦੀ। ਬਹੁਤ ਦੂਰੋਂ ਆ ਕੇ ਲਾਹਾ ਲੈ ਜਾਂਦੇ ਲੋਕੀ, ਪਰ ਕੋਲ ਰਹਿਣ ਵਾਲੇ ਨਹੀਂ, ਕਿਉਂਕਿ ਘਰ ਦਾ ਜੋਗੀ ਜੋਗ ਨਾ, ਬਾਹਰ ਦਾ ਜੋਗੀ ਸਿੱਧ। ਉਹ ਜੋਗ ਨਹੀਂ ਹੋਇਆ ਕਰਦਾ। ਸੰਤ ਗੁਰਬਚਨ ਸਿੰਘ ਜੀ ਇਹ ਗੱਲ ਕਿਹਾ ਕਰਦੇ ਸਨ, ਕਹਿੰਦੇ ਵੀ ਜੇ ਤੁਸੀਂ ਆਪਣਾ ਪਾਠੀਆਂ 'ਚ ਸਤਿਕਾਰ ਕਰਾਉਣਾ ਨਾ, ਆਪਣੇ ਨਗਰ ਤੋਂ 20 ਮੀਲ ਪਰੇ ਜਾ ਕੇ ਤੁਹਾਡਾ ਸਤਿਕਾਰ ਹੋਊਗਾ। ਜੇ ਤੁਸੀਂ ਗਿਆਨੀ ਬਣਨਾ, ਕਹਿੰਦੇ ਫਿਰ ਆਪਣੇ ਨਗਰ ਤੋਂ ਘੱਟੋ ਘੱਟ 40-50 ਮੀਲ ਪਰੇ ਹੋਣੇ ਚਾਹੀਦੇ ਆ, ਉੱਥੇ ਤੁਹਾਨੂੰ ਲੋਕ ਗਿਆਨੀ ਜੀ ਕਹਿਣਗੇ, ਵਿਦਵਾਨ ਕਹਿਣਗੇ। ਤੇ ਜੇ ਕਹਿੰਦੇ ਸੰਤ ਬਣਨਾ 80 ਕਿਲੋਮੀਟਰ ਪਰੇ, ਤੇ ਜੇ ਬਣਨਾ ਬ੍ਰਹਮ ਗਿਆਨੀ ਕਹਿੰਦੇ ਫਿਰ 100 ਕਿਲੋਮੀਟਰ ਪਰੇ। ਪਰ ਤੁਹਾਡੇ ਨੇੜੇ ਤੁਹਾਨੂੰ ਕਿਸੇ ਨੇ ਕੁਝ ਨਹੀਂ ਸਮਝਣਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦੂਰ ਸਤਿਕਾਰ ਹੁੰਦਾ, ਕਿਉਂਕਿ ਨੇੜੇ ਦੇ ਤਾਂ ਫਿਰ ਉਹਨਾਂ ਨੇ ਜਿਵੇਂ ਬਚਪਨ ਦੇਖਿਆ ਹੁੰਦਾ, ਉਸੇ ਹਿਸਾਬ ਨਾਲ ਉਹਨਾਂ ਨੇ ਭਾਵਨਾ ਹੁੰਦੀ ਹੈ, ਉਸੇ ਤਰ੍ਹਾਂ ਹੀ ਤਰੀਕੇ ਨਾਲ ਉਹਨਾਂ ਨੇ ਗੱਲ ਕਰਨੀ ਹੁੰਦੀ ਹੈ। ਹੁਣ ਜਿਹੜੇ ਬਰਾਦਰੀ ਵਾਲੇ ਨੇ, ਸ਼ਰੀਕੇ ਵਾਲੇ ਨੇ, ਉਹਨਾਂ ਲਈ ਥੋੜ੍ਹੀ ਕੁਝ ਹੁੰਦਾ, ਜੋ ਮਰਜ਼ੀ ਹੋਵੇ। ਹੁਣ ਉਸ ਕਹਿੰਦਾ ਵੀ ਲੋਕੀ ਮੈਨੂੰ ਹੱਥ ਜੋੜਦੇ ਆ, ਮੇਰਾ ਸਤਿਕਾਰ ਕਰਦੇ ਆ, ਇਹ ਮੇਰਾ ਛੋਟਾ ਨਾਂ ਲਈ ਜਾਂਦੇ ਨਿਕਨੇਮ, ਉਹਨੂੰ ਫਿਰ ਬੜੀ ਤਕਲੀਫ ਹੁੰਦੀ ਹੈ। ਤਾਂ ਉਹਦਾ ਵੀ ਭਰਮ ਹੀ ਹੈ, ਇਹ ਗੱਲ ਤਾਂ ਕੁਝ ਨਹੀਂ ਹੈਗੀ, ਇਹ ਗੱਲ ਕੁਝ ਨਹੀਂ ਹੈ। ਜਿੱਥੇ ਤੱਕ ਆਪਾਂ ਨੂੰ ਪਤਾ ਲੱਗਦਾ ਵੀ ਮੈਂ ਕੁਝ ਹਾਂ, ਵਾਸਤਵ ਦੇ ਵਿੱਚ ਉੱਥੇ ਤੱਕ ਕੁਝ ਹੈ ਹੀ ਨਹੀਂ। ਇਹ ਪਤਾ ਲੱਗ ਜਾਣਾ ਵੀ ਮੈਂ ਕੁਝ ਨਹੀਂ ਹਾਂ, ਇਹ ਗਿਆਨ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗਿਆਨ ਕੀ ਹੈ? ਵੀ ਮੈਂ ਕੁਝ ਨਹੀਂ ਹਾਂ। ਬਾਣੀ ਨੇ ਕਿਸੇ ਗੱਲ ਨੂੰ ਮੰਨਿਆ? ਕੁਝ ਨਹੀਂ ਮੰਨਿਆ। ਜਾਹੋ ਜਾਣੈ ਭਗਤ ਗਿਆਨੀ, ਆਗੈ ਠਾਕਰ ਤਿਲ ਨਹੀਂ ਮਾਨੀ। ਜਿਹੜਾ ਆਪਣੇ ਆਪ ਨੂੰ ਸਮਝਦਾ ਵੀ ਮੈਂ ਭਗਤ ਹਾਂ, ਮੈਂ ਗਿਆਨੀ ਹਾਂ, ਕਹਿੰਦੇ ਮਾਲਕ ਨੇ ਤਿਲ ਮਾਤਰ ਵੀ ਨਹੀਂ ਮੰਨਿਆ। ਕਹਿੰਦੇ ਹੋਏਗਾ,
ਮੇਰੇ ਵਾਸਤੇ ਕੁਝ ਨਹੀਂ ਹੈ, ਮੈਂ ਤੇਰੀ ਭਗਤੀ ਨੂੰ, ਤੇਰੇ ਗਿਆਨ ਨੂੰ ਕੁਝ ਨਹੀਂ ਸਮਝਦਾ, ਆਪਣਾ ਕੋਲ ਰੱਖ। ਠਾਕਰ ਨੇ ਤਿਲ ਮਾਤਰ ਵੀ ਨਹੀਂ ਮੰਨੀ। ਸੋ ਆਪਣੇ ਆਪ ਨੂੰ ਕੁਝ ਸਮਝਣਾ ਇਹ ਮੂਰਖਤਾ ਹੈ, ਸਮਝਦਾਰੀ ਨਹੀਂ ਹੈ। ਮੈਂ ਕਈ ਵਾਰੀ ਬੋਲ ਪੈਣਾ ਜਦੋਂ ਬੈਠੇ ਹੁੰਦੇ ਨੇ, ਜਿਨ੍ਹਾਂ ਨੂੰ ਮਾਣ ਜਾ ਹੁੰਦਾ ਨਾ ਕਿ ਮੈਂ ਇਹ ਹੈ ਜੀ, ਮੈਂ ਉਹ ਹੈ ਜੀ, ਮੈਂ ਪੁੱਛਦਾ ਹੁੰਦਾ, ਇੱਕ ਸਵਾਲ ਕੀਤਾ ਮੈਂ ਗੁਰੂ ਨਾਨਕ ਦੇ ਘਰ ਦੇ ਵਿੱਚ ਸਭ ਤੋਂ ਵੱਡੀ ਵਡਿਆਈ ਕਿਹਨੂੰ ਮਿਲੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਸਭ ਤੋਂ ਵੱਡੀ ਵਡਿਆਈ ਕਿਹਨੂੰ ਮਿਲੀ ਹੈ? ਕਿਹਨੂੰ ਮਿਲੀ ਹੈ ਜੀ? ਕਿਸੇ ਇਕੱਲੇ ਬੰਦੇ ਨੂੰ ਨਹੀਂ ਮਿਲੀ। ਐ ਨਾ ਸੋਚਿਓ ਵੀ ਆਪਾਂ ਸੋਚੀਏ ਵੀ ਕਿਹਨੂੰ ਮਿਲੀ, ਇਕੱਲੇ ਬੰਦੇ ਨੂੰ ਨਹੀਂ ਮਿਲੀ ਹੈ। ਇਸ ਲਈ ਸੋਚਣ ਦੀ ਲੋੜ ਨਹੀਂ ਹੈ ਵੀ ਕਿਹਨੂੰ ਮਿਲੀ, ਅਸੀਂ ਕਿਹਦਾ ਨਾਮ ਲਈਏ, ਸੋਚਣ ਦੀ ਲੋੜ ਨਹੀਂ। ਜਿਹੜੀ ਵਡਿਆਈ ਹੈ ਉਹ ਸਤਿਗੁਰਾਂ ਜੀ ਨੇ ਸਿਰਫ ਪੰਜਾਂ ਪਿਆਰਿਆਂ ਨੂੰ ਬਖਸ਼ੀ ਹੈ, ਇਕੱਲੇ ਬੰਦਿਆਂ ਤਾਂ ਦਿੱਤੀ ਉਹ ਨਹੀਂ। ਨਾ ਕਿਸੇ ਗਿਆਨੀ ਨੂੰ, ਨਾ ਕਿਸੇ ਸੰਤ ਨੂੰ, ਨਾ ਕਿਸੇ ਬ੍ਰਹਮ ਗਿਆਨੀ ਨੂੰ, ਕਿਸੇ ਨੂੰ ਨਹੀਂ ਦਿੱਤੀ। ਤੁਹਾਡੀ ਮਰਜ਼ੀ ਹੈ, ਤੁਸੀਂ ਜਿਹਨੂੰ ਮਰਜ਼ੀ ਦੇ ਜਾਓ। ਕਿਸੇ ਰਾਗੀ ਨੂੰ, ਕਿਸੇ ਢਾਡੀ ਨੂੰ, ਕਿਸੇ ਨੂੰ ਨਹੀਂ ਦਿੱਤੀ। ਵਡਿਆਈ ਸਭ ਤੋਂ ਵੱਡੀ ਮਿਲੀ ਹੈ ਪੰਜਾਂ ਪਿਆਰਿਆਂ ਨੂੰ। ਆਗਿਆ ਭਈ ਅਕਾਲ ਕੀ ਤਵੈ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਹੁਣ ਜਿਹੜੀ ਪੰਥ ਦੀ ਅਗਵਾਈ ਹੈ ਉਹ ਪੰਜ ਪਿਆਰੇ ਕਰਦੇ ਨੇ। ਹੁਣ ਉਹ ਜਿਹੜੇ ਪੰਜ ਪਿਆਰਿਆਂ ਨੂੰ ਸਤਿਗੁਰਾਂ ਜੀ ਨੇ ਬਖਸ਼ਾਂ ਕੀਤੀਆਂ, ਪਹਿਲਾਂ ਤਾਂ ਇਹ ਦੇਖੋ ਵੀ ਉਹਨਾਂ ਨੂੰ ਬਖਸ਼ਿਸ਼ ਲਈ ਕਿਵੇਂ। ਪਾਤਸ਼ਾਹ ਜੀ ਨੇ ਸਿਰ ਮੰਗਿਆ ਸੀ, ਉਹਨਾਂ ਨੇ ਆਪਣੇ ਸਿਰ ਦਿੱਤੇ, ਉਹ ਤਾਂ ਇੱਥੇ ਪ੍ਰਵਾਨ ਹੋਏ, ਸਿਰ ਦੇ ਕੇ, ਸਿਰ ਦੇ ਕੇ। ਤੇ ਪੰਜ ਪਿਆਰਿਆਂ ਦੇ ਵਿੱਚ ਕੌਣ ਲੱਗ ਸਕਦਾ? ਪਿਆਰੇ ਕੌਣ ਨੇ? ਜਿਨ੍ਹਾਂ ਨੇ ਅੰਮ੍ਰਿਤ ਛਕਾਉਣਾ ਹੈ। ਤੇ ਘੱਟ ਤੋਂ ਘੱਟ ਉਹਨੂੰ ਪੰਜ ਬਾਣੀਆਂ ਕੰਠ ਹੋਣੀਆਂ ਚਾਹੀਦੀਆਂ ਤੇ ਆਪਣੀ ਰਹਿਤ ਦੇ ਵਿੱਚ ਉਹ ਪੱਕਾ ਹੋਣਾ ਚਾਹੀਦਾ, ਫੇਰ ਉਹ ਪੰਜਾਂ ਪਿਆਰਿਆਂ ਦਾ ਚੋਲਾ ਪਾ ਸਕਦਾ ਹੈ। ਇਹ ਸ਼ਰਤਾਂ ਨੇ। ਇਹ ਕੋਈ ਡਰਾਮਾ ਨਹੀਂ ਕਰਨਾ ਆਪਾਂ ਨੇ ਵੀ ਜਿਹੜਾ ਮਰਜ਼ੀ ਚੋਲਾ ਪਾ ਕੇ ਕੱਢ ਜਾਓ ਉੱਥੇ, ਨਾ। ਪਰ ਅਸੀਂ ਡਰਾਮੇਬਾਜ਼ੀ ਬਣਾਤੀ ਹੈ। ਪੰਜ ਪਿਆਰੇ ਉੱਧਰ ਤੁਰੇ ਜਾਂਦੇ, ਪੰਜ ਪਿਆਰੇ ਉੱਧਰ ਤੁਰੇ ਜਾਂਦੇ। ਗੁਰਮੁਖੋ, ਮਜ਼ਾਕ ਬਣਾ ਕੇ ਰੱਖਦਾ ਸੀ ਪੰਜ ਪਿਆਰਿਆਂ ਨੇ। ਪੰਜ ਬਾਣੀਆਂ ਉਹਦੇ ਕੰਠ ਹੋਣੀਆਂ ਚਾਹੀਦੀਆਂ ਤੇ ਆਪਣੀ ਰਹਿਤ ਦੇ ਵਿੱਚ ਹੋਣਾ ਚਾਹੀਦਾ ਪੱਕਾ, ਤਾਂ ਉਹ ਚੋਲਾ ਪਾ ਸਕਦਾ। ਪੰਜ ਪਿਆਰਿਆਂ ਵਾਲਾ ਐਵੇਂ ਨਹੀਂ ਕੋਈ ਪਾ ਸਕਦਾ। ਮਰਿਆਦਾ ਹੈ ਪੰਥ ਦੀ। ਜਿਹਨੂੰ ਮਰਜ਼ੀ ਖੜੇ ਕਰ ਦਿਓ, ਜਿਹਨੂੰ ਮਰਜ਼ੀ ਚੁਣ ਲਓ, ਨਹੀਂ। ਦੇਖੋ ਵੀ ਹੈਗਾ ਵੀ ਯੋਗ ਤੇਰੀ ਰਹਿਤ ਵਿੱਚ ਪੱਕਾ, ਬਈ ਤੂੰ ਪੰਜ ਬਾਣੀਆਂ ਤੈਨੂੰ ਕੰਠ ਨੇ, ਤਾਂ ਤੂੰ ਪੰਜ ਪਿਆਰਿਆਂ ਵਿੱਚ ਸ਼ਾਮਲ ਹੋ ਸਕਦਾ। ਜਿਨ੍ਹਾਂ ਨੇ ਹੋਣਾ ਉਹ ਆਪਣੀ ਰਹਿਤ ਪੱਕੀ ਕਰੋ ਤੇ ਪੰਜ ਬਾਣੀਆਂ ਕੰਠ ਕਰੋ, ਫਿਰ ਤੁਸੀਂ ਪੰਜ ਪਿਆਰਿਆਂ ਦੇ ਵਿੱਚ ਸ਼ਾਮਲ ਹੋ ਸਕਦੇ। ਐਵੇਂ ਨਹੀਂ ਕਿ ਕੋਈ ਨਾਟਕ ਨਹੀਂ ਆਪਾਂ ਨੇ ਕਰਨਾ ਵੀ ਕੱਪੜੇ ਪਾਏ ਤੇ ਕੱਢਤੇ, ਨਾ। ਪੰਜ ਪਿਆਰਿਆਂ ਦੀ ਵਰਦੀ ਉਹ ਪਾਵੇ ਜਿਹਨੂੰ ਭਾਈ ਪੰਜ ਬਾਣੀਆਂ ਕੰਠ ਨੇ ਤੇ ਆਪਣੀ ਰਹਿਤ ਦੇ ਵਿੱਚ ਉਹ ਪੱਕਾ, ਉਹ ਪਾਵੇ ਪੰਜ ਪਿਆਰਿਆਂ ਦਾ ਚੋਲਾ। ਨਹੀਂ ਨਹੀਂ, ਆਪਾਂ ਲਾਜ ਨਹੀਂ ਲਾਣੀ ਇਸ ਨੂੰ। ਹੁਣ ਤੇ ਪੰਜ ਪਿਆਰੇ ਪਾ ਕੇ ਚੋਲੇ ਕੇਕ ਕੱਟੀ ਜਾਂਦੇ ਆ। ਕੋਈ ਪੁੱਛਣ ਵਾਲਾ ਨਹੀਂ ਹੈ ਉਹਨਾਂ ਨੂੰ ਵੀ ਕਿਹਨੇ ਅਧਿਕਾਰ ਦਿੱਤਾ ਤੁਹਾਨੂੰ। ਪੰਜ ਪਿਆਰੇ ਕੰਮ ਕਰਦੇ ਆ ਈਸਾਈਆਂ ਦਾ, ਕਿਉਂਕਿ ਜਿਹੜੀ ਕੇਕ ਕੱਟਣ ਦੀ ਮਰਿਆਦਾ ਹੈ ਉਹ ਈਸਾਈ ਮੱਤ ਦੀ ਹੈ, ਸਾਡੀ ਨਹੀਂ ਹੈ, ਇਹ ਬਾਹਰਲੀ ਹੈ। ਇਹ ਜਨਮ ਦਿਨ ਐਨਵਰਸਰੀਆਂ ਜਿਹੜੀਆਂ ਮਨਾਉਣੀਆਂ ਸ਼ੁਰੂ ਹੋਈਆਂ ਨਾ, ਇਹ ਅੰਗਰੇਜ਼ੀ ਸਕੂਲਾਂ ਤੋਂ ਸ਼ੁਰੂ ਹੋਈਆਂ। ਬੱਚੇ ਅੰਗਰੇਜ਼ੀ ਸਕੂਲਾਂ 'ਚ ਗਏ, ਕਾਨਵੈਂਟ ਸਕੂਲ 'ਚ ਗਏ, ਉੱਥੋਂ ਫਿਰ ਇਹ ਕੇਕ ਆਇਆ, ਉੱਥੋਂ ਰੀਬਨ ਕੱਟਣਾ ਆਇਆ, ਉੱਥੋਂ ਹੀ ਮੋਮਬੱਤੀਆਂ ਬੁਝਾਉਣੀਆਂ ਆਈਆਂ। ਜਦੋਂ ਮਰਜ਼ੀ ਸਰਚ ਕਰ ਲਿਓ। ਤੇ ਜੇ ਆਪਣੇ ਦੇਸ਼ ਦੀ ਗੱਲ ਕਰੋ ਨਾ, ਆਪਣੇ ਦੇਸ਼ ਦੇ ਵਿੱਚ ਕੱਟਣਾ ਜਿਹੜਾ ਉਹ ਅਪਸ਼ਗਨ ਸਮਝਿਆ ਜਾਂਦਾ ਹੈ। ਸਾਰਾ ਕੁਝ ਦਿੰਦੇ ਆ ਲੜਕੀ ਨੂੰ ਵਿਆਹ ਦੇ ਵਿੱਚ, ਪਰ ਕੈਂਚੀ ਨਹੀਂ ਦਿੰਦੇ, ਕੱਟਣ ਵਾਲੀ ਕੈਂਚੀ ਨਹੀਂ ਦਿੰਦੇ ਹੈ। ਕਹਿੰਦੇ ਨਾਮ ਵੀ ਕੱਟਣਾ ਸਾਡੇ ਅਪਸ਼ਗਨ ਹੈ। ਸਾਡੇ ਦੇਸ਼ ਦੇ ਵਿੱਚ ਕੱਟਣਾ ਅਪਸ਼ਗਨ ਹੈ। ਤੇ ਮੋਮਬੱਤੀਆਂ ਬੁਝਾਉਣੀਆਂ ਜਿਹੜੀਆਂ ਨੇ, ਹਨੇਰਾ ਕਰਨਾ, ਇਹ ਵੀ ਅਪਸ਼ਗਨ ਹੈ।
ਤੇ ਇਸ ਕਰਕੇ ਭਾਰਤ ਖੰਡ ਦਾ ਹਿੱਸਾ ਨਹੀਂ ਹੈ ਇਹ ਮੋਮਬੱਤੀਆਂ ਬੁਝਾਉਣੀਆਂ ਜਾਂ ਰੀਬਨ ਕੱਟਣੇ। ਸਾਡੇ ਦੇਸ਼ ਦੀ ਇਹ ਸੱਭਿਅਤਾ ਨਹੀਂ ਹੈ, ਸਾਡੀ ਨਹੀਂ ਹੈ। ਕੇਕ ਕੱਟਣੇ ਸਾਡੀ ਸੱਭਿਅਤਾ ਨਹੀਂ ਹੈ। ਚਲੋ ਹੁਣ ਦੇਸ਼ ਦੀ ਗੱਲ ਕਰੀਏ ਤੇ ਆਪਾਂ ਆਪਣੀ ਗੱਲ ਕਰੀਏ ਤੇ ਸਾਡੇ ਵਿੱਚ ਤਾਂ ਕੁਝ ਵੀ ਨਹੀਂ ਹੈ। ਨਾ ਬੁਝਾਉਣਾ ਨਾ ਲਾਉਣਾ ਸਾਡੇ ਤਾਂ ਕੁਝ ਵੀ ਨਹੀਂ ਹੈ। ਨਾ ਕੱਟਣਾ ਨਾ ਵੱਢਣਾ ਨਾ ਬਣਾਉਣਾ ਕੁਝ ਵੀ ਨਹੀਂ ਹੈ। ਸਾਡੇ ਸਿਰਫ ਤੇ ਸਿਰਫ ਅਰਦਾਸ ਹੁੰਦੀ ਹੈ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਨੂੰ ਪਤਾ ਹੀ ਨਹੀਂ ਵੀ ਅਸੀਂ ਸਿੱਖ ਹਾਂ। ਕੋਈ ਸਾਡੀ ਵਿਲੱਖਣਤਾ ਹੋਣੀ ਚਾਹੀਦੀ ਹੈ। ਸਤਿਗੁਰੂ ਜੀ ਤਾਂ ਕਹਿੰਦੇ ਮੇਰਾ ਖਾਲਸਾ ਵੱਖਰਾ ਹੈ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ। ਜਾਵੇ ਗਹਿ ਵਿਪਰਨ ਕੀ ਰੀਤ, ਤਾਂ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਅਸੀਂ ਤਾਂ ਨਿਆਰੇ ਹਾਂ, ਵੱਖਰੇ ਹਾਂ। ਅਸੀਂ ਕੋਈ ਵੀ ਕੰਮ ਨਹੀਂ ਕਰਨਾ ਜਿਹੜਾ ਦੁਨੀਆ ਕੰਮ ਕਰਦੀ ਉਹ ਤਾਂ ਅਸੀਂ ਕਰਨਾ ਹੀ ਨਹੀਂ ਨਾ। ਨਿਆਰੇ ਅਸੀਂ ਤਾਂ ਆਏ ਹਾਂ। ਪਰ ਹੁਣ ਤਾਂ ਧਰਮ ਦੇ ਪ੍ਰਚਾਰਕ ਜਿਹੜੇ ਨੂੰ ਆਪਣੇ ਜਨਮ ਦਿਨ ਮਨਾਈ ਜਾਂਦੇ, ਕੇਕ ਕੱਟੀ ਜਾਂਦੇ, ਬੜਾ ਕੁਝ ਕਰਦੇ। ਫਿਰ ਕਿਹੜੇ ਪਾਸੇ ਤੋਂ ਨਿਆਰੇ ਹੋ? ਕਰੀ ਜਾਓ ਜੋ ਮਰਜੀ, ਪਰ ਗੁਰੂ ਨੇ ਕਹਿਤਾ ਜਾਵੇ ਗਹਿ ਵਿਪਰਨ ਕੀ ਰੀਤ, ਤਾਂ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਸਾਹਿਬ ਜੀ ਕਹਿੰਦੇ ਮੈਂ ਨਹੀਂ ਯਕੀਨ ਕਰਦਾ ਇਹਨਾਂ ਦਾ, ਤੁਸੀਂ ਜੋ ਮਰਜੀ ਬਣੇ ਰਹੋ। ਸੋ ਨਿਆਰਾਪਣ ਹੈ, ਵੱਖਰਾਪਣ ਹੈ ਖਾਲਸੇ ਦਾ। ਇਹ ਵਿਲੱਖਣ ਹੈ ਸਾਰੇ ਸੰਸਾਰ ਤੋਂ। ਅਸੀਂ ਤਾਂ ਕੋਈ ਵੀ ਨਹੀਂ ਕੰਮ ਕਰਨਾ ਜਿਹੜੀ ਦੁਨੀਆ ਕੰਮ ਕਰਦੀ ਹੈ। ਆਪਣਾ ਕੰਮ ਜਿਹੜਾ ਗੁਰੂ ਨੇ ਕਿਹਾ ਵੀ ਭਾਈ ਮਾਲਕ ਦਾ ਸ਼ੁਕਰਾਨਾ ਕਰਨਾ, ਕੜਾ ਪ੍ਰਸ਼ਾਦ ਕਰਨਾ ਹੈ ਤੇ ਸਤਿਗੁਰਾਂ ਜੀ ਦੇ ਹਜੂਰ ਦੇਗ ਭੇਟਾ ਕਰਨੀ, ਅਰਦਾਸ ਕਰਨੀ। ਜਨਮ ਦਿਨ ਮਨਾਓ, ਆਪਣੇ ਵਿਆਹ ਦੀ ਸਾਲਗਿਰਾ ਮਨਾਓ, ਬਾਪੂ ਦੀ ਬਰਸੀ ਮਨਾਓ, ਇੱਕੋ ਹੀ ਤਰੀਕਾ ਹੈ। ਕੜਾ ਪ੍ਰਸ਼ਾਦ ਬਣੇਗਾ, ਆਨੰਦ ਸਾਹਿਬ ਹੋਵੇਗਾ। ਇਸ ਕਰਕੇ ਸਾਡੀ ਮਰਿਆਦਾ ਇਹ ਹੈ। ਹੁਣ ਸਾਡੇ ਤਾਂ ਇਹ ਮਰਿਆਦਾ 'ਚ ਨਹੀਂ ਹੈ ਕੇਕ ਕੱਟਣਾ, ਸਿੱਖਾਂ ਦੇ ਵਿੱਚ ਨਹੀਂ ਹੈ। ਅਸੀਂ ਕਿਸੇ ਦੀ ਨਕਲ ਨਹੀਂ ਕਰਦੇ। ਨਕਲ ਕੌਣ ਕਰਦਾ ਹੁੰਦਾ ਹੈ? ਹਿਸਾਬ ਲਾਓ। ਆਪਾਂ ਸਕੂਲਾਂ 'ਚ ਪੜ੍ਹੇ ਆ ਨਾ, ਕਮਜ਼ੋਰ ਬੱਚਾ ਜਿਹੜਾ ਉਹ ਦੂਸਰੇ ਦੀ ਨਕਲ ਮਾਰਦਾ ਹੁੰਦਾ ਹੈ। ਕਮਜ਼ੋਰ ਬੱਚਾ। ਅਸੀਂ ਇਹ ਸਾਬਤ ਕਰ ਰਹੇ ਹਾਂ ਵੀ ਅਸੀਂ ਕਮਜ਼ੋਰ ਹਾਂ, ਜਿਹਦੇ ਕਰਕੇ ਸਾਨੂੰ ਕਿਸੇ ਦੀ ਨਕਲ ਕਰਨੀ ਪੈ ਰਹੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਾਂ ਕਮਜ਼ੋਰ ਹਾਂ ਵੀ ਸਾਨੂੰ ਸਾਡੇ ਗੁਰੂ ਨੇ ਕਮਜ਼ੋਰ ਰੱਖਿਆ, ਇਸ ਕਰਕੇ ਸਾਨੂੰ ਨਕਲ ਕਰਨੀ ਪੈ ਰਹੀ ਹੈ ਦੂਸਰਿਆਂ ਦੀ। ਭਲਿਓ ਕੀ ਰੱਖਿਆ ਸਤਿਗੁਰਾਂ ਜੀ ਨੇ ਤੁਹਾਡੇ ਕੋਲੋਂ ਛੁਪਾ ਕੇ ਵੀ ਜਿਹੜਾ ਹਾਲੇ ਵੀ ਕਿਸੇ ਕੋਲੋਂ ਲੈਣਾ ਹੋਵੇ। ਸੋ ਹੁਣ ਸਭ ਤੋਂ ਉੱਚਾ ਦਰਜਾ, ਸਭ ਤੋਂ ਉੱਚੀ ਵਡਿਆਈ ਬਖਸ਼ੀ ਸਤਿਗੁਰਾਂ ਜੀ ਨੇ ਪੰਜਾਂ ਪਿਆਰਿਆਂ ਨੂੰ, ਕਿਉਂਕਿ ਉਹਨਾਂ ਨੇ ਆਪਣੇ 5 ਸੀਸ ਅਰਪਣ ਕੀਤੇ ਸਤਿਗੁਰਾਂ ਜੀ ਨੂੰ। ਐਵੇਂ ਨਹੀਂ ਮਿਲੀ ਵਡਿਆਈ। ਤੇ ਉਹਨਾਂ ਨੂੰ ਸਤਿਗੁਰਾਂ ਜੀ ਨੇ ਅਧਿਕਾਰ ਦਿੱਤਾ ਕਿ ਭਾਈ ਤੁਸੀਂ ਪੰਥ ਦੀ ਗਵਾਹੀ ਕਰਨੀ ਹੈ ਤੇ ਇਹ ਜਿਹੜਾ ਅੰਮ੍ਰਿਤ ਹੁਣ ਅਸੀਂ ਛਕਾਇਆ ਹੈ, ਅੱਗੇ ਤੁਸੀਂ ਛਕਾਉਣਾ ਹੈ। ਕਲਗੀਧਰ ਪਾਤਸ਼ਾਹ ਜੀ ਨੇ ਆਪ ਅੰਮ੍ਰਿਤ ਪੰਜਾਂ ਪਿਆਰਿਆਂ ਦੇ ਕੋਲੋਂ ਛਕਿਆ। ਆਪ ਅੰਮ੍ਰਿਤ ਦੇ ਦਾਤੇ ਤੇ ਆਪ ਅੰਮ੍ਰਿਤ ਛਕਦੇ ਨੇ ਪੰਜਾਂ ਪਿਆਰਿਆਂ ਦੇ ਕੋਲ। ਕਿ ਜੇ ਅਸੀਂ ਉਹ ਨਹੀਂ ਮੰਨਾਂਗੇ ਪੰਜਾਂ ਪਿਆਰਿਆਂ ਨੂੰ, ਫਿਰ ਸੰਸਾਰ ਕਿਵੇਂ ਮੰਨੇਗਾ ਬਈ? ਇਸ ਲਈ ਸਤਿਗੁਰਾਂ ਜੀ ਨੇ ਪਹਿਲਾਂ ਆਪ ਪੰਜਾਂ ਪਿਆਰਿਆਂ ਨੂੰ ਮੰਨਿਆ, ਉਹਨਾਂ ਕੋਲੋਂ ਰਹਿਤ ਸੁਣੀ, ਉਹਨਾਂ ਦੇ ਕੋਲੋਂ ਅੰਮ੍ਰਿਤ ਛਕਿਆ ਔਰ ਕਿਹਾ ਵੀ ਮੇਰੇ ਨਾਂ ਦੇ ਪਿੱਛੇ ਵੀ ਰਾਜ ਨੂੰ ਕੱਟ ਕੇ ਹੁਣ ਸਿੰਘ ਲਾ ਦਿਓ। ਪਹਿਲਾਂ ਪਾਤਸ਼ਾਹ ਜੀ ਦੇ ਪਿੱਛੇ ਨਾਮ ਲੱਗਦਾ ਸੀ ਗੋਬਿੰਦ ਰਾਏ। ਇਹ ਸਿੰਘ ਸ਼ਬਦ 1699 ਦੀ ਵਿਸਾਖੀ ਤੋਂ ਬਾਅਦ ਲੱਗਿਆ। ਨਾਲ ਹੀ ਕਹਿ ਦਿੱਤਾ ਵੀ ਅੰਮ੍ਰਿਤ ਛਕਾਉਣ ਤੋਂ ਬਾਅਦ ਤੁਸੀਂ ਫੇਰ ਭਾਈ ਹੋ। ਫਿਰ ਉਹੀ ਪੰਜ ਪਿਆਰੇ ਸੰਗਤ ਨੂੰ ਦੇਗ ਵਰਤਾਉਂਦੇ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ। ਸਿਰਫ ਉੱਥੇ ਤੱਕ ਉਹਨਾਂ ਨੂੰ ਅਧਿਕਾਰ ਦਿੱਤਾ ਵੀ ਮੇਰਾ ਰੂਪ ਹੋ ਤੁਸੀਂ, ਅੰਮ੍ਰਿਤ ਛਕਾਉਣ ਤੱਕ। ਬਾਅਦ ਦੇ ਵਿੱਚ ਫੇਰ ਭਾਈ। ਤੇ ਹੁਣ ਹਿਸਾਬ ਲਾਓ ਵੀ ਜੇ ਸਤਿਗੁਰਾਂ ਜੀ ਨੇ ਪੰਜਾਂ ਪਿਆਰਿਆਂ ਨੂੰ ਏਡੀ ਵੱਡੀ ਬਖਸ਼ਿਸ਼ ਕਰਕੇ ਮੁੜ ਕੇ ਫੇਰ ਉਹਨਾਂ ਨੂੰ ਦੇਗ ਵਰਤਾਉਣ ਲਾਤਾ, ਫਿਰ ਆਪਾਂ ਕਿਹਦੇ ਵਿਚਾਰੇ ਆ ਜਿਹੜੇ ਆਪਣੇ ਆਪ ਨੂੰ ਸਮਝੀ ਜਾਂਦੇ ਆ ਗੱਜ ਕੇ ਆਖੋ ਸਤਿਨਾਮ ਵਾਹਿਗੁਰੂ। ਆਪਾਂ ਕੀ ਸਮਝਦੇ ਆਪਣੇ ਆਪ ਨੂੰ ਵੀ ਮੈਂ ਗਿਆਨੀ ਆ ਜੀ, ਹੁਣ ਮੈਂ ਤੇ ਕਥਾ ਕਰਦਾ, ਮੇਰੇ ਦੇਗ ਵਰਤਾਉਣਾ ਮੇਰਾ ਕੰਮ ਥੋੜੀ ਹੈ, ਮੇਰਾ ਕੰਮ ਨਹੀਂ ਹੈ। ਰਾਗੀ ਜੀ ਕਹਿੰਦੇ ਮੈਂ ਨਹੀਂ ਵਰਤਾਉਂਦਾ, ਮੈਂ ਰਾਗੀ ਹਾਂ। ਉਹ ਭਾਈ ਉਤੋਂ ਉੱਠ ਕੇ ਅੱਗੇ ਦੇਗ ਵਰਤਾਊਗਾ ਤਾਂ ਉਹਦਾ ਕੰਮ ਹੈ, ਸਾਡਾ ਕੰਮ ਨਹੀਂ ਹੈ। ਗੁਰਮੁਖੋ ਛੱਡ ਦਿਓ ਮਾਣ, ਜੇ ਕੁਝ ਖੁਸ਼ੀ ਲੈਣੀ ਹੈ ਭੁੱਲ ਜਾਓ।
ਮੈਨੂੰ ਕਈ ਬੰਦੇ ਕਹਿੰਦੇ, ਮੈਂ ਕਿਹਾ ਜੀ ਮੈਂ ਕਥਾਵਾਚਕ ਉਦੋਂ ਤੱਕ ਹੈ ਜਦੋਂ ਤੱਕ ਕਥਾ ਕਰਦਾ। ਹੁਣ ਮੈਂ ਤੁਹਾਡੇ ਵਰਗਾ ਹੀ ਹਾਂ, ਸਿਰਫ ਉਦੋਂ ਤੱਕ ਕਥਾ ਕਰਦਾ ਹੋਇਆ ਕਥਾਵਾਚਕ। ਹੁਣ ਮੈਂ ਤੁਹਾਡੇ ਵਾਂਗੂ ਹਾਂ। ਉਹ ਕਥਾਵਾਚਕ ਉੱਥੇ ਰਹਿ ਗਿਆ ਜਿਹੜਾ ਕਥਾ ਕਰਦਾ ਸੀ। ਹੁਣ ਮੈਂ ਤੁਹਾਡੇ ਵਾਂਗੂ ਹਾਂ। ਸੋਝੀ ਆ ਗਈ ਗੁਰਮੁਖੋ, ਛੱਡ ਦਿਓ ਮਾਣ। ਜੋ ਹੋ ਜਾਣਾ ਭਗਤ ਗਿਆਨੀ ਆਗੇ ਠਾਕਰ ਤਿਲ ਨਹੀਂ ਮੰਨਦੀ। ਕਹਿੰਦੇ ਮਾਲਕ ਨਹੀਂ ਮੰਨਦਾ। ਤੂੰ ਕਹੀ ਜਾ ਵੀ ਮੈਂ ਭਗਤੀ ਕਰਦਾ ਜੀ, ਜਦੋਂ ਤੱਕ ਤੈਨੂੰ ਪਤਾ ਵੀ ਮੈਂ ਭਗਤੀ ਕਰਦਾ ਉਹ ਭਗਤੀ ਤੇਰੇ ਕੋਲੇ ਰਹੂਗੀ। ਮਾਲਕ ਨਹੀਂ ਮੰਨਦਾ। ਜਦੋਂ ਤੱਕ ਤੈਨੂੰ ਪਤਾ ਵੀ ਮੈਂ ਗਿਆਨੀ ਐ, ਪਰ ਤੇਰਾ ਗਿਆਨ ਤੇਰੇ ਕੋਲ ਹੀ ਹੈ, ਤੂੰ ਗਿਆਨੀ ਬਣਿਆ ਰਹਿ, ਮਾਲਕ ਨਹੀਂ ਤੈਨੂੰ ਮੰਨਦਾ। ਪਰ ਜਦੋਂ ਇਹ ਸਾਰਾ ਕੁਝ ਛੱਡ ਦੇਗਾ, ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਜਦੋਂ ਨਿਮਰਤਾ ਆ ਗਈ, ਮਾਲਕ ਨੇ ਫਿਰ ਤੈਨੂੰ ਉੱਚਾ ਦੇਖਣਾ ਵੀ ਆਹ ਬੰਦੇ ਨੂੰ ਵਡਿਆਈ ਦੇਈਏ। ਸੋ ਪੰਡਤ ਜੀ ਕਹਿੰਦੇ ਵੀ ਉਦੋਂ ਮੈਂ ਲੱਛਣ ਤਾਂ ਦੇਖ ਲਿਆ ਸੀ, ਪਰ ਤੇਰੀ ਖੁਸ਼ੀ ਕਰਕੇ ਨਾ ਮੈਂ ਤੈਨੂੰ ਕਿਹਾ ਨਹੀਂ ਸੀ ਵੀ ਜਿਹੜੇ ਸੰਬੰਧੀ ਨੇ ਨਾ ਉਹ ਨਹੀਂ ਕੁਝ ਲਾਹਾ ਲੈ ਲੈਣਗੇ। ਕੋਈ ਇੱਕ ਹੈ ਜਿਹੜਾ ਕੋਈ ਲਾਹਾ ਲੈ ਲੇਗਾ, ਨਹੀਂ ਤਾਂ ਵਾਂਝੇ ਰਹਿਣਗੇ। ਇਹ ਮੈਂ ਉਦੋਂ ਲਾ ਲਿਆ ਸੀ ਹਿਸਾਬ ਕਿਤਾਬ। ਅਵਰ ਅਨੇਕ ਮਨੁਜ ਵਰਸਾਵ ਹੈ। ਬਾਕੀ ਕਿੰਨੇ ਵਰਸਾਏ ਜਾਣਗੇ ਉਹਨਾਂ ਦਾ ਕੋਈ ਹਿਸਾਬ ਨਹੀਂ, ਪਰ ਸੰਬੰਧੀਆਂ ਦਾ ਹਿਸਾਬ ਨਹੀਂ ਹੈ। ਕੋ ਇੱਕ ਸੰਬੰਧੀ ਸੁਖ ਪਾਵ ਹੈ। ਕੋਈ ਇੱਕ ਸੰਬੰਧੀ ਹੈ ਜਿਹੜਾ ਸੁਖ ਪ੍ਰਾਪਤ ਕਰੇਗਾ। ਕੋਈ ਇੱਕ, ਕੋਈ ਵਿਰਲਾ। ਹੋਏ ਤਰਨ ਜਬ ਵਧੈ ਪ੍ਰਤਾਪਾ। ਜਦੋਂ ਇਹਨਾਂ ਨੇ ਜਵਾਨ ਹੋਣਾ ਤੇ ਉਦੋਂ ਤੇਜ ਪ੍ਰਤਾਪ ਵਧਣਾ। ਜਿਉ ਬਾਵਨ ਤ੍ਰੈ ਲੋਕਨ ਮਾਪਾ। ਕਹਿੰਦੇ ਜਿਵੇਂ 52 ਨੇ ਤਿੰਨੇ ਲੋਕ ਮਾਪ ਲਏ ਸਨ 2.5 ਕਰਮਾਂ ਦੇ ਵਿੱਚ। ਪੀਰ ਮੀਰ ਮਾਨਹਿਗੇ ਆਨਾ। ਜਦੋਂ ਪੀਰ ਤੇ ਮੀਰ ਗੁਰੂ ਨਾਨਕ ਸਾਹਿਬ ਜੀ ਦੀ ਆਣ ਮੰਨਣਗੇ, ਈਣ ਮੰਨਣਗੇ। ਵੇਖਦੇ ਸਹੀ, ਜਦੋਂ ਜਵਾਨ ਹੋਣਾ ਇਸ ਨੇ। ਜਿਉ ਗੋਕਲ ਮਥੁਰਾ ਭਗਵਾਨਾ। ਜਿਵੇਂ ਗੋਕਲ ਦੇ ਵਿੱਚ ਸ਼੍ਰੀ ਭਗਵਾਨ ਜੀ, ਸ਼੍ਰੀ ਕ੍ਰਿਸ਼ਨ ਜੀ, ਰਾਮਚੰਦ ਸੇ ਗੁਣ ਇਨ ਮਾਹੀ। ਜਿਹੜੇ ਅਵਤਾਰੀ ਪੁਰਸ਼ਾਂ ਦੇ ਵਿੱਚ ਗੁਣ ਹੁੰਨੇ ਆ, ਉਹ ਸਾਰੇ ਨੇ ਇਸ ਦੇ ਵਿੱਚ। ਬ੍ਰਿਧ ਹੋਏ ਤਬ ਲਿਓ ਪਤਿਆਹੀ। ਕੋਈ ਗੱਲ ਨਹੀਂ, ਇਹਨਾਂ ਨੂੰ ਵੱਡੇ ਹੋਣ ਤੋਂ ਫਿਰ ਤੈਨੂੰ ਆਪਣੇ ਆਪ ਹੀ ਪਤਾ ਚੱਲ ਜਾਵੇਗਾ। ਹੋਏ ਅਚਾਰਜ ਵਿਆਸ ਸਮਾਨੇ। ਵੇਦ ਵਿਆਸ ਜੀ ਵਰਗੇ ਹੈਰਾਨ ਹੋਣਗੇ ਸੁਣ ਕੇ ਇਹਨਾਂ ਦਾ ਗਿਆਨ। ਮਾਨਵ ਧਨ ਜੇ ਮਨ ਕਰ ਮਾਨੇ। ਉਹ ਮਾਨਵ ਧਨਤਾ ਦੇ ਜੋੜ ਹੋਣਗੇ ਜਿਹੜੇ ਇਹਨੂੰ ਮੰਨ ਲੈਣਗੇ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਹੋਏ। ਗੱਲ ਮੰਨਣ ਦੀ ਹੈ। ਸੁਣਿਆ, ਮੰਨਿਆ, ਮਨ ਕੀਤਾ, ਭਾਉ ਅੰਤਰਗਤ ਤੀਰਥ ਮਲ ਨਾਉ। ਸਤਿਗੁਰਾਂ ਜੀ ਦੀ ਇੱਕ ਮਾਸੀ ਜੀ ਦਾ ਨਾਮ ਲੱਖੋ। ਪਤਾ ਲੱਗਿਆ ਵੀ ਮੇਰੀ ਭੈਣ ਦਾ ਪੁੱਤਰ, ਵੀ ਉਹਦੀਆਂ ਗੱਲਾਂ ਬੜੀਆਂ ਹੁੰਦੀਆਂ, ਵੀ ਜਿਹੜੀ ਗੱਲ ਕਹਿ ਦਿੰਦਾ ਉਹ ਉਸੇ ਤਰ੍ਹਾਂ ਹੀ ਹੋ ਜਾਂਦੀ। ਲੋਕੀ ਪੁੱਛਦੇ ਮੀਂਹ ਪਊਗਾ, ਜੇ ਸਤਿਗੁਰਾਂ ਜੀ ਨੇ ਕਹਿ ਪਊਗਾ, ਕਹਿੰਦੇ ਪੱਕਾ ਪੈਂਦਾ ਪੈਂਦਾ। ਜੇ ਕਹਿਤਾ ਵੀ ਨਹੀਂ ਪੈਂਦਾ ਨਹੀਂ ਪੈਂਦਾ। ਕਿਉਂਕਿ ਸਾਡਾ ਹਿਸਾਬ ਕਿਤਾਬ ਤਾਂ ਇੱਥੇ ਕਿ ਤੱਕ ਹੀ ਹੁੰਦਾ ਹੈ। ਪੁੱਤਰ ਹੋਊਗਾ, ਪੁੱਤਰੀ ਹੋਊਗੀ, ਕੱਟਾ ਹੋਊ, ਬੱਚਾ ਹੋਊ, ਇੰਨੀਆਂ ਕਿ ਸਾਡੀਆਂ ਗੱਲਾਂ ਹੁੰਦੀਆਂ। ਇਸ ਤੋਂ ਅੱਗੇ ਤੋਂ ਵੱਧ ਹੁੰਦੀਆਂ ਨਹੀਂ। ਐਂ ਹੀ ਪੁੱਛਦੇ ਹਾਂ ਅਸੀਂ, ਹੋਰ ਕੀ ਕਰਦੇ ਹਾਂ। ਇਹ ਤੋਂ ਵੱਧ ਨਹੀਂ ਸਾਡੇ ਕੋਲ। ਜਿਹੜੀ ਗੱਲ ਗੁਰੂ ਨੇ ਕਹੀ ਵੀ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੋ ਤਾਂ ਨਹੀਂ ਕੋਈ ਕਹਿੰਦਾ ਹੈ ਵੀ ਗੁਰੂ ਜੀ ਮੈਨੂੰ ਇਹ ਵੀ ਸੋਝੀ ਬਖਸ਼ ਦਿਓ। ਉਹ ਫਿਰ ਆਪਣੀ ਭੈਣ ਨੂੰ ਮਿਲਣ ਵਾਸਤੇ ਆਈ ਲਾਹੌਰੋਂ, ਤੇ ਉਹਨੇ ਫਿਰ ਆਪਣੀ ਭੈਣ ਨਾਲ ਗੱਲ ਕੀਤੀ। ਕਹਿੰਦੀ ਵੀ ਮੈਂ ਸੁਣਿਆ ਵੀ ਤੇਰਾ ਜਿਹੜਾ ਪੁੱਤਰ ਨਾਨਕ ਹੈ, ਵੀ ਜੋ ਕਹਿੰਦਾ ਹੈ ਵੀ ਹੋ ਜਾਂਦਾ। ਉਹ ਕਹਿੰਦੇ ਵੀ ਕਹਿੰਦੇ ਨੇ ਲੋਕੀ, ਪਤਾ ਤਾਂ ਮੈਨੂੰ ਵੀ ਨਹੀਂ ਹੈ। ਲੋਕ ਜੋ ਦੱਸਦੇ ਆ ਵੀ ਜੋ ਕਹਿੰਦਾ ਹੋ ਜਾਂਦਾ, ਮੈਨੂੰ ਤਾਂ ਨਹੀਂ ਪਤਾ। ਬਾਕੀ ਤੂੰ ਪੁੱਛ ਲੈ ਕੀ ਪੁੱਛਣਾ।
ਮਾਸੀ ਨੇ ਫਿਰ ਬੜੇ ਚਾਅ ਲਾੜ ਦੇ ਨਾਲ ਕੋਲ ਬੁਲਾ, ਹੈ ਤਾਂ ਮਜ਼ਾਕ ਹੀ ਸੀ। ਕਹਿੰਦੀ ਵੀ ਨਾਨਕ, ਮੈਂ ਤੇਰੀ ਮਾਸੀ ਲੱਗਦੀ ਐ, ਇੰਨੇ ਸਾਲ ਹੋ ਗਏ ਮੈਨੂੰ ਵਿਆਹ ਹੋਏ ਨੂੰ, ਤੇਰੀ ਮਾਂ ਤੋਂ ਮੈਂ ਵੱਡੀ ਐ, ਵੀ ਮੇਰੇ ਕੋਲ ਕੋਈ ਪੁੱਤਰ ਨਹੀਂ ਹੈ, ਕਿ ਮੇਰੇ ਕੋਲ ਪੁੱਤਰ ਹੋ ਜੇ, ਤੂੰ ਬਚਨ ਕਰਦੇ, ਹੋਵੇ ਚਾਹੇ ਤੇਰੇ ਵਰਗਾ ਹੀ। ਕਿਉਂ ਕਿਹਾ ਸੀ ਤੇਰੇ ਵਰਗਾ? ਭਾਂਡੇ ਚੁੱਕ ਕੇ ਬਾਹਰ ਸੁੱਟਦਾ ਸੀ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਜੀ ਤੇਰੇ ਵਰਗਾ ਕਮਲਾ ਹੀ ਹੋਵੇ ਚਾਹੇ, ਸਮਾਨ ਬਾਹਰ ਸੁੱਟਦਾ। ਮਜ਼ਾਕ। ਕਹਿੰਦੇ ਮਾਸੀ ਹੋਊਗਾ, ਫਿਰ ਮੇਰੇ ਵਰਗਾ ਹੀ ਹੋਊਗਾ। ਫਿਰ ਸਾਧ ਸੰਗਤ ਜੀ, ਉਹ ਮਾਈ ਲੱਖੋ ਦੀ ਕੁੱਖੋਂ ਪੁੱਤਰ ਹੋਇਆ। ਲਾਹੌਰ ਦੇ ਵਿੱਚ ਉਹਨਾਂ ਦਾ ਅਸਥਾਨ ਬਣਿਆ ਹੋਇਆ, ਬਾਬਾ ਥੰਮਣ ਸ਼ਾਹ ਜੀ। ਹਿੰਦੂ ਵੀ ਮੰਨਦੇ ਆ ਤੇ ਮੁਸਲਮਾਨ ਵੀ ਮੰਨਦੇ ਆ, ਸਾਰੇ ਇਕੱਠੇ ਹੁੰਦੇ ਉਹਦੇ ਸਥਾਨ ਤੇ ਬਿਨਾਂ ਭੇਦਭਾਵ ਤੋਂ। ਤੇ ਕਹਿੰਦੇ ਵੀ ਉਹ ਗੁਰਮੁਖ ਨੇ ਸਾਰੀ ਉਮਰ ਅੱਖਾਂ ਖੋਲ ਕੇ ਵੇਖਿਆ ਹੀ ਨਹੀਂ ਵੀ ਸੰਸਾਰ ਕੀ ਹੈ। ਸਾਰੀ ਉਮਰ ਅੱਖਾਂ ਨਹੀਂ ਖੋਲੀਆਂ, ਐਹੀ ਸਾਰੀ ਉਮਰ ਲੰਘਾਤੀ, ਦੇਖਿਆ ਹੀ ਨਹੀਂ ਸੰਸਾਰ ਨੂੰ। ਕੌਣ ਕੀ ਰੱਖ ਗਿਆ, ਕੌਣ ਕੋਈ ਚੁੱਕ ਕੇ ਲੈ ਗਿਆ, ਕੀ ਕਿਹਾ ਗਿਆ, ਕੀ ਹੋ ਗਿਆ, ਨਾ ਪਤਾ ਹੀ ਨਹੀਂ ਲੱਗਿਆ, ਐਹੀ ਰਹਿ ਗਿਆ। ਤੇ ਅੱਜ ਤੱਕ ਦੁਨੀਆ ਮੰਨਦੀ ਹੈ। ਹੁਣ ਜਿਹਦੇ 47 ਦੇ ਵਿੱਚ ਫਿਰ ਉਧਰੋਂ ਪਰਿਵਾਰ ਆਏ ਨੇ, ਉਹਨਾਂ ਨੇ ਆਪਣੇ ਵੀ ਇੱਧਰ ਆ ਕੇ ਪੰਜਾਬ 'ਚ ਥਾਵਾਂ ਬਣਾਈਆਂ। ਤੇ ਐਸੇ ਸਤਿਗੁਰਾਂ ਜੀ ਦੇ ਬਚਨ ਨੇ ਵੀ ਜੋ ਕਹਿ ਤਾਂ ਹੋ ਗਿਆ। ਕਰਿਆ ਮਜ਼ਾਕ ਸੀ, ਕਹਿੰਦੀ ਚਾਹੇ ਤੇਰੇ ਵਰਗਾ ਹੀ ਹੋਵੇ, ਤੇ ਸਤਿਗੁਰੂ ਜੀ ਕਹਿੰਦੇ ਫਿਰ ਮੇਰੇ ਵਰਗਾ ਹੀ ਹੋਊਗਾ। ਦੇਖਿਆ ਨਹੀਂ ਗੁਰਮੁਖੋ, ਹੱਥ ਲਾਉਣਾ ਤਾਂ ਇੱਕ ਪਾਸੇ, ਦੇਖਿਆ ਨਹੀਂ, ਕਹਿੰਦਾ ਅੱਖਾਂ ਨਹੀਂ ਖੋਲੀਆਂ, ਬਸ ਐਂ ਰਹਿੰਦੇ ਸੀ ਆਪਣੀ ਮਸਤੀ 'ਚ, ਆਨੰਦ 'ਚ। ਕੋਈ ਭਰੋਸਾ ਆ ਜਾਊਗਾ। ਕਿਹਨੇ ਪਛਾਣਿਆ ਗੁਰੂ ਨਾਨਕ ਸਾਹਿਬ ਜੀ ਨੂੰ? ਭੈਣ ਨਾਨਕੀ ਨੇ। ਉਹਨੇ ਪਛਾਣਿਆ ਵੀ ਮੇਰਾ ਭਰਾ ਪਰਮੇਸ਼ਰ ਦਾ ਰੂਪ ਹੈ। ਤੂੰ ਹਰਦਿਆਲ ਪੰਡਤ ਜੀ ਕਹਿੰਦੇ ਵੀ ਕੋਈ ਵਰਸਾਇਆ ਜਾਊਗਾ ਨੇੜੇ ਦਾ ਸੰਬੰਧੀ, ਬਾਕੀ ਦੁਨੀਆ ਵਰਸਾਈ ਜਾਊਗੀ, ਪਰ ਨੇੜੇ ਦਾ ਸੰਬੰਧੀ ਕੋਈ ਨੇੜੇ ਵਾਲਿਆਂ ਦੀ ਭਾਵਨਾ ਨਹੀਂ ਬਣਦੀ। ਇਉਂ ਹਰਦਿਆਲ ਪੰਡਤ ਜੀ ਸਤਿਗੁਰਾਂ ਜੀ ਦੀ ਵਡਿਆਈ ਦੱਸਦੇ ਹਨ। ਦੋਹਰਾ ਸੁਤ ਪਰ ਸ਼ਰਧਾ ਉਰ ਕਰੋ, ਦਰਬ ਪ੍ਰੀਤ ਹਰ ਕੂਰ। ਕਹਿੰਦੇ ਪਟਵਾਰੀ ਸਾਹਿਬ ਵੀ ਮਾਇਆ ਜਿਹੜੀ ਹੈ ਨਾ, ਇਹ ਤਾਂ ਆਉਣ ਜਾਣ ਵਾਲੀ ਹੈ। ਮਾਇਆ ਕਦੇ ਖਲੋਂਦੀ ਨਹੀਂ ਹੁੰਦੀ। ਜੇ ਖਲੋ ਜੇ ਤਾਂ ਸੰਸਾਰ ਖਲੋ ਜਾਊਗਾ, ਮਾਇਆ ਨਹੀਂ ਖਲੋਂਦੀ ਹੁੰਦੀ। ਇਹ ਚੱਲਦੀ ਹੋ ਰਹਿੰਦੀ, ਤੁਰੀ ਰਹਿੰਦੀ। ਆਂਦੇ ਵੀ ਇੱਕ ਹੋਟਲ ਦੇ ਵਿੱਚ ਬੰਦਾ ਆਇਆ ਕਮਰਾ ਦੇਖਣ, ਉਹਨੇ 2000 ਰੁਪਏ ਜਮ੍ਹਾਂ ਕਰਾਤਾ। ਉਹਨੇ 2000 ਰੁਪਏ ਆਪਣੇ ਨੌਕਰ ਨੂੰ ਦਿਆ, ਕਹਿੰਦਾ ਵੀ ਐਂ ਕਰ ਵੀ ਉਹ ਨਾ ਦੋਧੀ ਨੂੰ ਦੇ ਕੇ ਆ, ਦੁੱਧ ਵਾਲੇ ਨੂੰ। ਦੋਧੀ ਕਹਿੰਦਾ ਸਬਜ਼ੀ ਵਾਲੇ ਨੂੰ ਦੇ ਆ। ਸਬਜ਼ੀ ਵਾਲਾ ਕਹਿੰਦਾ ਯਾਰ ਆਪਾਂ ਨੇ ਹੋਟਲ ਵਾਲੇ ਦੇ ਦੇਣੇ, ਕਹਿੰਦਾ ਉਹਦੇ ਦੇ ਕੇ ਆ। 2000 ਰੁਪਇਆ ਦੋਧੀ ਕੋਲ ਗਿਆ, ਦੋਧੀ ਤੋਂ ਸਬਜ਼ੀ ਵਾਲੇ ਕੋਲ ਗਿਆ, ਸਬਜ਼ੀ ਵਾਲੇ ਤੋਂ ਹੋਟਲ ਵਾਲੇ ਕੋਲ ਵਾਪਸ ਆ ਗਿਆ। ਤੇ ਇੰਨੇ ਨੂੰ ਉਹ ਬਾਹਰ ਆ ਗਏ, ਕਹਿੰਦੇ ਜੀ ਅਸੀਂ ਕਮਰਾ ਨਹੀਂ ਲੈਣਾ, ਸਾਡੇ ਪੈਸੇ ਵਾਪਸ ਕਰ ਦਿਓ। ਕੰਮ ਫੇਰ ਚੱਲ ਰਿਹਾ ਹੈਗਾ, ਜਿੱਥੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੋਟਲ ਵਾਲੇ ਦਾ ਵੀ ਸਰ ਗਿਆ, ਦੋਧੀ ਦੇ ਵੀ, ਸਬਜ਼ੀ ਵਾਲੇ ਦਾ ਵੀ, ਤੇ ਉਹਦਾ ਫੇਰ ਉਹਦੇ ਕੋਲ ਹੀ ਪੈਸੇ ਆ ਗਏ। ਇਹ ਗੁਰੂ ਕੋ ਮਾਇਆ ਇਸ ਤਰ੍ਹਾਂ ਚੱਲਦੀ ਹੈ, ਇਹ ਆਉਣ ਜਾਣ ਵਾਲੀ ਹੈ, ਇਹ ਖੜਦੀ ਨਹੀਂ ਹੁੰਦੀ ਹੈ। ਜਿਸ ਦਿਨ ਇਹ ਖੜ ਗਈ ਨਾ, ਸੰਸਾਰ ਖੜ ਜੂ। ਜੇ ਹੁਣ ਆਪਾਂ ਕਹੀਏ ਵੀ ਆਪਾਂ ਤਾਂ ਕਿਸੇ ਨੂੰ ਕੁਝ ਦੇਣਾ ਹੀ ਨਹੀਂ ਜੀ, ਨਾ ਲੈਣਾ ਨਾ ਦੇਣਾ, ਖੜ ਕੇ ਕੰਮ ਆਪੇ ਹੀ। ਇਹ ਇਸ ਤਰ੍ਹਾਂ ਸੰਸਾਰ ਦੇ ਵਿੱਚ ਮਾਇਆ ਖਲੋਂਦੀ ਨਹੀਂ, ਮਾਇਆ ਆਉਣ ਜਾਣ ਵਾਲੀ ਹੈ। ਇੱਧਰੋਂ ਆਉਂਦੀ ਉੱਧਰ ਚਲੀ ਜਾਂਦੀ ਹੈ। ਸਾਰਿਆਂ ਦਾ ਕੰਮ ਚੱਲ ਰਿਹਾ, ਦੇਖ ਲਓ ਇਹਦੇ ਨਾਲ। ਤੇ ਜੇ ਹੁਣ ਆਪਾਂ ਕਹੀਏ ਵੀ ਆਪਾਂ ਤਾਂ ਖਰਚਣੇ ਨਹੀਂ ਜੀ, ਆਪਾਂ ਤਾਂ ਜਮ੍ਹਾਂ ਹੀ ਕਰਨੇ ਆ, ਕਿੰਨਿਆਂ ਦਾ ਕੰਮ ਰੁਕੂਗਾ? ਬਹੁਤ ਸਾਰਿਆਂ ਨੇ ਮਾਇਆ ਰੋਕੀ ਹੋਈ ਹੈ। ਮੈਂ ਚੰਗਾ ਨਹੀਂ ਸਮਝਦਾ। ਮੈਂ ਕਿਹਾ ਵੀ ਤੁਸੀਂ ਕੋਈ ਕਾਰਖਾਨਾ ਲਾਓ ਜਿਹਦੇ ਨਾਲ 50 ਬੰਦਿਆਂ ਨੂੰ ਰੁਜ਼ਗਾਰ ਮਿਲੂਗਾ, ਨਾਲੇ ਤਾਂ ਉਹਨਾਂ ਦਾ ਪਰਿਵਾਰ ਪੜੇਗਾ ਤੇ ਤੁਹਾਡੀ ਮਾਇਆ ਵਧੂਗੀ। ਪਈ ਤਾਂ ਨਹੀਂ ਵੱਧਦੀ। ਪਰ ਉਪਕਾਰ ਦੀ ਖਾਤਰ, ਨਾਲੇ ਕੁਝ ਲੈਣਾ ਨਹੀਂ ਦੇਣਾ ਨਹੀਂ, ਕੰਮ ਕਰਨ ਵਾਲੇ ਨੇ ਪੈਸੇ ਲੈਣੇ ਆ, ਪਰ ਪਰਿਵਾਰ ਤਾਂ ਪੜਨਗੇ ਨਾ। ਪਰ ਜੇ ਹੁਣ ਪਈ ਹੈ, ਕਿਸੇ ਦੇ ਕੀ ਕੰਮ ਦੀ ਉਹ?
ਕਿਸੇ ਕੰਮ ਦੀ ਨਹੀਂ, ਕਿਉਂਕਿ ਆਪਾਂ ਵੀ ਕਿੰਨੀ ਕੁ ਖਰਚ ਲਾਂਗੇ, ਕੀ ਕਰ ਲਾਂਗੇ ਆਪਾਂ। ਇੱਥੇ ਉਹ ਹੋਏ ਨੇ ਕਰਨ ਵਰਗੇ ਜਿਹੜੇ ਸੋਨੇ ਦਾ ਹੀ ਦਾਨ ਕਰਦੇ ਸੀ। ਸੋਨੇ ਦਾ ਹੀ ਦਾਨ ਕਰਨਾ, ਵੀ ਸੋਨੇ ਤੋਂ ਬਿਨਾਂ ਦਾਨ ਹੀ ਨਹੀਂ ਕੋਈ ਕਰਨਾ। ਪਰ ਮਿਲਿਆ ਕੀ, ਕਹਿੰਦੇ ਥਾਲੀ ਮਿਲ ਗਈ ਸੋਨੇ ਦੀ, ਕੌਲੀ ਮਿਲ ਗਈ ਸੋਨੇ ਦੀ, ਸਬਜ਼ੀ ਵੀ ਸੋਨੇ ਦੀ, ਰੋਟੀ ਵੀ ਸੋਨੇ ਦੀ। ਹੁਣ ਸੋਨੇ ਨੂੰ ਥੋੜੀ ਖਾ ਲੂਗਾ। ਫਿਰ ਉੱਥੇ ਕਹਿੰਦਾ ਵੀ ਇਹ ਕਹਿੰਦੇ ਭਾਈ ਜੋ ਕੁਝ ਦਾਨ ਕਰਿਆ ਉਹੀ ਮਿਲਣਾ ਸੀ ਤੈਨੂੰ। ਸੋਨਾ ਦਾਨ ਕਰਿਆ ਤੇ ਸੋਨਾ ਮਿਲ ਗਿਆ। ਹੁਣ ਅੰਨ ਦਾਨ ਨਹੀਂ ਕੀਤਾ ਤੇ ਰੋਟੀ ਨਹੀਂ ਖਾਣ ਨੂੰ ਮਿਲਣੀ। ਇਸ ਕਰਕੇ ਅੰਨ ਦਾਨ ਕਰੋ ਤਾਂ ਕਿ ਅਸੀਂ ਛਕ ਲਈਏ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੰਨ ਦਾ ਦਾਨ ਚੰਗਾ ਹੈ, ਕਰੋਗੇ ਤੇ ਆਪਾਂ ਨੂੰ ਵੀ ਛਕਣ ਨੂੰ ਮਿਲੇਗਾ। ਸੋਨਾ ਦਾਨ ਕਰੋਗੇ ਸੋਨਾ ਮਿਲ ਜੂਗਾ, ਸੋਨੇ ਨੂੰ ਖਾਓਗੇ ਕੁਝ ਵੀ ਨਹੀਂ ਵੱਟੀਦਾ। ਇਸ ਕਰਕੇ ਸਾਡੀ ਮਾਇਆ ਸਾਡੇ ਕੋਲ ਹੈ, ਇਹ ਆਈ ਚਲਾਈ ਹੈ। ਕਹਿੰਦੇ ਵੀ ਤਾਂ ਮੋਹ ਨਾ ਕਰ, ਮਾਇਆ ਤਾਂ ਆਉਣ ਜਾਣ ਵਾਲੀ ਚੀਜ਼ ਹੈ, ਕੋਈ ਗੱਲ ਨਹੀਂ, ਹੋਰ ਆ ਜਾਊਗੀ, ਇਹ ਚੱਲੀ ਜਾਂਦੀ ਆ ਜਾਂਦੀ, ਸਥਿਰ ਨਹੀਂ ਹੈ। ਪਰ ਤੂੰ ਨਾ ਆਪਣੇ ਮਨ ਦੇ ਵਿੱਚ ਆਪਣੇ ਪੁੱਤਰ ਤੇ ਭਾਵਨਾ ਬਣਾ, ਮੈਂ ਇੱਕ ਵੀ ਗੱਲ ਨਹੀਂ ਝੂਠ ਕਹੀ ਹੈ, ਮੈਨੂੰ ਕੋਈ ਲਾਲਚ ਨਹੀਂ ਹੈ, ਮੈਂ ਕੁਝ ਲੈਣਾ ਨਹੀਂ ਹੈ, ਤੂੰ ਨਾ ਦੇ ਮੈਨੂੰ ਕੁਝ ਦੇਣਾ। ਪਰ ਐ ਨਾ ਕਹੀਂ ਵੀ ਮੈਂ ਤੈਨੂੰ ਖੁਸ਼ ਕਰਨ ਵਾਸਤੇ ਗੱਲਾਂ ਕਹੀਆਂ। ਇੱਕ ਇੱਕ ਲੋਹੇ ਤੇ ਲਕੀਰ ਹੈ ਇਹ, ਸੱਚੀਆਂ ਨੇ ਸਾਰੀਆਂ ਗੱਲਾਂ, ਭਾਵਨਾ ਬਣਾ। ਪਰਮ ਰੂਪ ਪਰਮਾਤਮਾ ਚਿਦੰ ਚਰਾਚਰ ਮੂਰ। ਦੇਖ ਪੂਰਨ ਤੌਰ ਤੇ ਮੈਂ ਵੀ ਨਹੀਂ ਜਾਣਦਾ, ਮੈਨੂੰ ਹਾਲੇ ਤੱਕ ਸਮਝ ਨਹੀਂ ਲੱਗੀ ਵੀ ਕਿਹਦਾ ਅਵਤਾਰ ਹੈ। ਮੈਂ ਤੈਨੂੰ ਕਹਿ ਨਹੀਂ ਸਕਦਾ, ਦਾਅਵਾ ਨਹੀਂ ਕਰਦਾ, ਪਰ ਹੈ ਅਵਤਾਰ ਹੈ, ਅਵਤਾਰਾਂ ਦਾ ਵੀ ਅਵਤਾਰ ਹੈ। ਇਹ ਪਰਮ ਰੂਪ ਹੈ, ਪਰਮਾਤਮਾ ਹੈ। ਇਹ ਸਾਰੇ ਜੜ ਤੇ ਚੇਤਨ ਦਾ ਮੁੱਢ ਹੈ। ਇਹ ਆਦਿ ਹੈ ਪਰਮਾਤਮਾ, ਉਸੇ ਦਾ ਹੀ ਰੂਪ ਹੈ ਤੇਰਾ ਪੁੱਤਰ। ਚੌਪਈ ਹਿਤ ਪ੍ਰਦ ਵਿਪਰ ਹੈ ਕੀ ਬਰਬਾਨੀ। ਹੁਣ ਜਿਹੜੀ ਪੰਡਤ ਜੀ ਨੇ ਬਾਣੀ ਕਹੀ ਹੈ ਨਾ, ਹਿਤ ਪਾਰਦ ਵਿਪਰ ਹੈ ਕੀ ਬਰਬਾਨੀ, ਸੁੰਦਰ ਸੀ, ਬੜੀ ਸੋਹਣੀ ਸੀ ਗੱਲ ਜਿਹੜੀ ਕਹੀ ਹੈ। ਮੁਖ ਬਲ ਅਸ ਕਵ ਕਾ ਜਿਵ ਮਾਨੀ। ਪਰ ਕਹਿੰਦੇ ਮੁਖ ਬਲ ਅਸ ਕਵ ਕਾ ਜਿਵ ਮਾਨੀ, ਜਿਵੇਂ ਘੋੜੇ ਦੇ ਮੁਖ ਦੇ ਵਿੱਚ ਕਵਕਾ ਦਿੱਤੀ ਹੁੰਦੀ ਨੂੰ ਖਿੱਚਣ ਦੇ ਵਾਸਤੇ। ਤੇ ਪਿਤਾ ਜੀ ਇਹ ਸਮਝਦੇ ਐ ਵੀ ਇਹ ਮੈਨੂੰ ਧੱਕੇ ਦੇ ਨਾਲ ਮਨਾਉਣ ਨੂੰ ਫਿਰਦਾ, ਵੀ ਧੱਕੇ ਨਾਲ ਹੀ ਮਨਾਉਣ ਨੂੰ ਫਿਰਦਾ, ਜਿਵੇਂ ਆਪਾਂ ਘੋੜੇ ਨੂੰ ਧੱਕੇ ਨਾਲ ਖਿੱਚਦੇ ਆ ਨਾ। ਪਿਤਾ ਜੀ ਦਾ ਮਨ ਇਸ ਪਾਸੇ ਨੂੰ ਹੈ ਨਹੀਂ, ਤੇ ਉਹ ਸਮਝਦੇ ਵੀ ਮੈਨੂੰ ਐਵੇਂ ਧੱਕੇ ਦੇ ਨਾਲ ਇਹ ਗੱਲਾਂ ਮਨਾਈ ਜਾਂਦਾ ਹੈ, ਪਰ ਮੈਨੂੰ ਤਾਂ ਕੋਈ ਗੱਲ ਲੱਗਦੀ ਨਹੀਂ ਹੈ। ਇੱਕ ਵੀ ਗੱਲ ਨਹੀਂ ਮੈਨੂੰ ਨਜ਼ਰ ਆਉਂਦੀ ਆਪਣੇ ਪੁੱਤਰ ਦੇ ਵਿੱਚ ਜਿਹੜੀਆਂ ਕਹੀ ਜਾਂਦਾ ਹੈ। ਸੋ ਜਿਵੇਂ ਧੱਕੇ ਨਾਲ ਘੋੜੇ ਨੂੰ ਖਿੱਚਣਾ ਹੁੰਦਾ ਤਾਂ ਘੋੜਾ ਜਾਂਦਾ ਨਹੀਂ, ਤੇ ਅਸਰ ਨਹੀਂ ਹੋ ਰਿਹਾ ਪਿਤਾ ਜੀ ਦੇ ਮਨ ਤੇ। ਅਰਣਵ ਅਮੀ ਕੀਰਤੀ ਦਿਆਲਾ। ਵਾਹਿਗੁਰੂ ਪਰਮੇਸ਼ਰ ਜੀ ਦੀ ਜਿਹੜੀ ਕੀਰਤੀ ਹੈ ਸਤਿਗੁਰਾਂ ਜੀ ਦੀ, ਕਹਿ ਰਿਹਾ ਹਰਦਿਆਲ ਪੰਡਤ ਕੋਈ ਅੰਮ੍ਰਿਤ ਦੀ ਨਿਆਈ ਹੈ। ਦਿਜ ਕੀ ਉਕਤ ਸੋ ਮੁਕਤਨ ਮਾਲਾ। ਜਿਹੜੀਆਂ ਦਿਜ ਬ੍ਰਾਹਮਣ ਨੇ ਉਕਤੀ ਦੇ ਨਾਲ ਗੱਲਾਂ ਕੀਤੀਆਂ, ਉਹ ਮਾਨੋ ਮੁਕਤ ਮਾਲਾ, ਮੋਤੀਆਂ ਦੀ ਮਾਲਾ ਦੀ ਨਿਆਈ ਹੈ। ਸਾਕ ਬਣਕ ਜੋ ਕੀਮਤ ਤਾਹੀ। ਪਰ ਕਹਿੰਦੇ ਹੁਣ ਜਿਹੜਾ ਸਾਗ ਦਾ ਵਣਜ ਕਰਨ ਵਾਲਾ ਹੋਵੇ, ਤੇ ਹੁਣ ਜਿਹੜਾ ਸਾਗ ਵੇਚਣ ਵਾਲਾ, ਜੇ ਆਪਾਂ ਉਹਦੇ ਕੋਲ ਸੁੱਚੇ ਮੋਤੀਆਂ ਦੀ ਮਾਲਾ ਲੈ ਕੇ ਜਾਈਏ, ਹੁਣ ਉਹਨੂੰ ਇਹਦਾ ਵਿਚਾਰੀ ਦਾ ਕੀਮਤ ਤਾਂ ਨਹੀਂ ਨਾ ਪਤਾ ਸਾਗ ਵੇਚਣ ਵਾਲੇ। ਉਹ ਕਹਿੰਦਾ ਵੀ ਮੇਰੇ ਤਾਂ ਕਿਸੇ ਕੰਮ ਦੀ ਹੈ ਨਹੀਂ, ਵੀ ਕਿਉਂਕਿ ਆਪਣੇ ਕੋਲ ਗੁੰਜਾਇਸ਼ ਨਹੀਂ ਆਪਾਂ ਇਹਨੂੰ ਖਰੀਦੀਏ। ਸਾਗ ਬਣਕ ਜਿਉ ਕੀਮਤ ਤਾਹੀ, ਪਰ ਜਿਵੇਂ ਸਾਗ ਦੇ ਬਾਣੀਏ ਦੇ ਲਈ ਉਹਦੀ ਕੋਈ ਕੀਮਤ ਨਹੀਂ ਹੁੰਦੀ। ਨਹਿ ਜਾਨੀ ਕਾਲੂ ਮਨ ਮਾਹੀ। ਇਸ ਕਰਕੇ ਕਾਲੂ ਨੇ ਨਹੀਂ ਮਨ ਦੇ ਵਿੱਚ ਉਹਦੀ ਕੀਮਤ ਨੂੰ ਸਮਝਿਆ। ਵਡਿਆਈ ਕਰੀ ਸਤਿਗੁਰਾਂ ਜੀ ਦੀ, ਪਰ ਉਹ ਸਮਝਿਆ ਨਹੀਂ। ਸੇਮ ਦਸਾ ਗੁਰਮੁਖੋ ਸਾਡੀ ਇਹੀ ਹੈ, ਸਾਡੇ ਵਾਸਤੇ ਸਤਿਗੁਰਾਂ ਜੀ ਦੀ ਵਡਿਆਈ ਕਿੰਨੀ ਕੁ ਹੈ ਆਪਾਂ ਨਹੀਂ ਸਮਝ ਪਾਏ। ਕਿੰਨੀ ਵੱਡੀ ਵਡਿਆਈ ਸਤਿਗੁਰਾਂ ਜੀ ਦੀ, ਕਿ ਕਿਤੇ ਸੋਚਣ ਲੱਗ ਜਾਓ ਨਾ ਕਿੰਨੀ ਵੱਡੀ ਵਡਿਆਈ ਹੈ। ਆਪਾਂ ਵਿਸ਼ਮਾਦ ਦੇ ਵਿੱਚ ਚਲੇ ਜਾਵਾਂਗੇ, ਆਨੰਦ ਦੇ ਵਿੱਚ ਚਲੇ ਜਾਵਾਂਗੇ, ਇੰਨਾ ਹੀ ਸੋਚਣ ਦੇ ਨਾਲ ਕਿੰਨੀ ਵੱਡੀ ਵਡਿਆਈ।
ਇਹ ਵੱਡੀ ਵਡਿਆਈ ਅਚਾਰਜ ਸੋਭਾ ਕਾਰਜ ਆਇਆ ਰਸ, ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁਖ ਵਿਨਾਸੇ। ਜੜੋਂ ਹੀ ਨਾਸ ਹੋ ਜਾਣਗੇ ਸਾਰੇ ਦੁੱਖ, ਜੀਤੇ ਨੇ ਵੱਡੀ ਵਡਿਆਈ ਸਮਝ ਵਿੱਚ ਆ ਗਈ। ਭਾਵਨਾ ਬੜਾਓ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਇੱਥੇ ਬੈਠ ਕੇ ਪੂਰਨ ਤੌਰ ਤੇ ਬ੍ਰਹਮ ਦਾ ਗਿਆਨ ਹੋ ਜਾਂਦਾ। ਇਹ ਬ੍ਰਹਮ ਗਿਆਨ ਕੋਈ ਰਿਜ਼ਰਵ ਨਹੀਂ ਰੱਖਿਆ ਹੋਇਆ ਪ੍ਰਮਾਤਮਾ ਨੇ ਵੀ ਇਹ ਜਿਹੜਾ ਵਿਆਹ ਨਹੀਂ ਕਰਾਊਗਾ ਉਹਨੇ ਹੋਊਗਾ। ਇਹ ਐਸਾ ਨਹੀਂ ਹੈ। ਜਿਹੜਾ ਸਤਿਗੁਰਾਂ ਜੀ ਨੂੰ ਪਰਮੇਸ਼ਰ ਜਾਣ ਕੇ ਇੱਥੇ ਗੁਣ ਗਾਉਂਦਾ ਪ੍ਰਮਾਤਮਾ ਦੇ, ਹਰ ਇੱਕ ਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਨਾਂ ਨੂੰ ਹੋਇਆ ਚਾਹੇ ਨਹੀਂ ਹੋਇਆ, ਪਰ ਤੁਹਾਨੂੰ ਹੋ ਜਾਊਗਾ ਜਿਸ ਦਿਨ ਤੁਹਾਡੀ ਭਾਵਨਾ ਗੁਰੂ ਗ੍ਰੰਥ ਸਾਹਿਬ ਜੀ ਤੇ ਬਣ ਗਈ। ਪੜ੍ਹੋ ਕਿਤੇ ਬਾਬਾ ਆਨੰਦ ਸਿੰਘ ਜੀ ਦੇ ਬਚਨ, ਉਹ ਕੀ ਕਹਿੰਦੇ ਕਿ ਭਾਈ ਕਿਸੇ ਬੰਦੇ ਤੇ ਭਾਵਨਾ ਨਾ ਰੱਖਿਓ, ਭਾਵਨਾ ਰੱਖਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ। ਕਹਿੰਦੇ ਬੰਦੇ ਦੇ ਜੀਵਨ ਦੇ ਵਿੱਚ ਕਦੇ ਵੀ ਗਿਰਾਵਟ ਆ ਸਕਦੀ ਹੈ। ਸੰਸਾਰ ਤਿਲਕਣਬਾਜ਼ੀ ਹੈ। ਕੋਈ ਕਾਮ ਕਰਕੇ, ਕ੍ਰੋਧ ਕਰਕੇ, ਲੋਭ ਕਰਕੇ, ਮੋਹ ਕਰਕੇ, ਹੰਕਾਰ ਕਰਕੇ ਕਦੇ ਵੀ ਆ ਸਕਦੀ ਹੈ। ਤੇ ਤੁਹਾਡਾ ਵਿਸ਼ਵਾਸ ਉੱਠ ਜਾਣਾ ਵੀ ਸਾਰੇ ਇਹੋ ਜਿਹੇ ਹੁੰਦੇ ਨੇ। ਇਸ ਲਈ ਉਹ ਕਹਿੰਦੇ ਵੀ ਆਪਣੀ ਪੂਰਨ ਭਾਵਨਾ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖ। ਸਤਿਕਾਰ ਸਭ ਦਾ ਕਰਨਾ ਹੈ, ਸਤਿਕਾਰ ਸਭ ਦਾ ਕਰਨਾ ਹੈ, ਪਰ ਭਾਵਨਾ ਰੱਖਣੀ ਹੈ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਤੇ। ਹੁਣ ਜਿਹਦੀ ਭਾਵਨਾ ਗੁਰੂ ਗ੍ਰੰਥ ਸਾਹਿਬ ਜੀ ਤੇ ਬਣ ਗਈ ਨਾ, ਉਹਨੂੰ ਕਿਤੇ ਨਹੀਂ ਜਾਣਾ ਪੈਂਦਾ, ਕਿਤੇ ਵੀ। ਉਹ ਕਾਹਦੇ ਲਈ ਜਾਊਗਾ? ਕਿਤੇ ਨਹੀਂ ਜਾਣ ਦੀ ਲੋੜ ਪੈਂਦੀ। ਜਿਹਦੀ ਭਾਵਨਾ ਗੁਰੂ ਗ੍ਰੰਥ ਸਾਹਿਬ ਜੀ ਤੇ ਬਣ ਗਈ, ਉਹ ਤਾਂ ਸਵੇਰੇ ਉੱਠੂਗਾ ਤੇ ਸਭ ਤੋਂ ਪਹਿਲਾਂ ਗੁਰੂ ਦੇ ਕੋਲ ਆਵੇਗਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਹੁਤ ਨੇੜੇ ਆ ਸਾਡੇ ਗੁਰੂ ਦੇ ਸਥਾਨ, ਬਹੁਤ ਨੇੜੇ। ਤੁਰ ਕੇ ਅਸੀਂ ਆਰਾਮ ਨਾਲ ਜਾ ਸਕਦੇ। ਐਡੀ ਵੱਡੀ ਕਿਰਪਾ ਹੈ ਆਪਣੇ ਪੰਜਾਬ ਦੇ ਉੱਤੇ ਮਾਲਕ ਨੇ ਕੀਤੀ ਹੋਈ। ਤੁਰ ਕੇ ਚਲੇ ਜਾਓ ਜਿੱਥੇ ਮਰਜ਼ੀ, ਨੇੜੇ। ਇੰਨੇ ਸਥਾਨ ਨੇੜੇ ਨੇ। ਬਾਹਰਲੇ ਸਟੇਟਾਂ ਦੇ ਵਿੱਚ ਦੇਖੋ, ਬਾਹਰਲੇ ਸੂਬਿਆਂ 'ਚ ਦੇਖੋ, ਬਾਹਰਲੇ ਦੇਸ਼ਾਂ 'ਚ ਦੇਖੋ, ਕਿੱਥੇ ਕਿੱਥੇ ਤੁਰੇ ਫਿਰਦੇ। ਉਹ ਕਹਿੰਦੇ ਜੀ ਦੂਰ ਆ, ਜਾਇਆ ਨਹੀਂ ਜਾਂਦਾ। ਤੇ ਆਪਣੇ ਬਿਲਕੁਲ ਨੇੜੇ ਤੁਰ ਕੇ ਆ ਜਾਓ। ਜੇ ਗੁਰੂ ਗ੍ਰੰਥ ਸਾਹਿਬ ਜੀ ਤੇ ਭਾਵਨਾ ਬਣ ਗਈ, ਫੇਰ ਤਾਂ ਬੰਦਾ ਕਿਤੇ ਜਾਂਦਾ ਹੀ ਨਹੀਂ, ਉਹਨੂੰ ਲੋੜ ਹੀ ਨਹੀਂ ਪੈਂਦੀ। ਉਹਨੂੰ ਕਾਹਦੇ ਲਈ ਜਾਣਾ ਹੈ? ਬੁੱਲਿਆ ਮਨ ਚ ਰੱਖ ਤਸੱਲਾ, ਗੁਰੂ ਮਿਲਿਆ ਸੋਈ ਅੱਲਾ। ਕਹਿੰਦੇ ਜਦੋਂ ਗੁਰੂ ਮਿਲ ਗਿਆ, ਉਹਨੂੰ ਅੱਲਾ ਮਿਲ ਗਿਆ, ਫਿਰ ਉਹਨੇ ਕਿੱਥੇ ਜਾਣਾ? ਕਿਤੇ ਵੀ ਉਹਨੂੰ ਲੋੜ ਹੀ ਨਹੀਂ। ਪੋਥੀ ਪਰਮੇਸ਼ਰ ਕਾ ਥਾ, ਸਾਧ ਸੰਗ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਪੂਰਨ ਤੌਰ ਤੇ ਬ੍ਰਹਮ ਗਿਆਨ ਹੋ ਜਾਂਦਾ। ਜੇ ਦਿਨ ਸਾਡੀ ਭਾਵਨਾ ਬਣ ਗਈ ਗੁਰੂ ਗ੍ਰੰਥ ਸਾਹਿਬ ਜੀ ਤੇ ਵੀ ਇਹੀ ਪਰਮੇਸ਼ਰ ਹੈ। ਪਰ ਜਦੋਂ ਤੱਕ ਅਸੀਂ ਗੁਰੂ ਤੇ ਪਰਮੇਸ਼ਰ ਨੂੰ ਵੱਖਰਾ ਸਮਝਾਂਗੇ ਨਾ, ਵੀ ਗੁਰੂ ਤਾਂ ਇਹ ਬੈਠਿਆ, ਰੱਬ ਪਤਾ ਨਹੀਂ ਕਿੱਥੇ ਰਹਿੰਦਾ। ਸਾਡਾ ਤਾਂ ਗੁਰੂ ਵੀ ਵੈਸੇ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ, ਕੋਈ ਕਿਤੇ ਲੱਭਦਾ ਫਿਰਦਾ, ਕੋਈ ਕਿਤੇ ਲੱਭਦਾ ਫਿਰਦਾ। ਗੁਰੂ ਗ੍ਰੰਥ ਸਾਹਿਬ ਜੀ ਤੇ ਸਾਡੀ ਭਾਵਨਾ ਨਹੀਂ ਬਣੀ ਕਿ ਜਿਹੜਾ ਬਚਨ ਸਤਿਗੁਰਾਂ ਜੀ ਨੇ ਕਿਹਾ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਦਾ ਕੀ ਹੁਕਮ ਹੈ? ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ। ਫੇਰ ਕਿਤੇ ਜਾਣ ਦੀ ਲੋੜ ਨਹੀਂ ਹੁੰਦੀ। ਮੈਨੂੰ ਕੋਈ ਅਭਿਆਸੀ ਸੱਜਣ ਮਿਲਿਆ, ਮੈਨੂੰ ਕਹਿੰਦਾ ਵੀ ਇਸ ਤਰ੍ਹਾਂ ਤੇ ਇਸ ਤਰ੍ਹਾਂ ਗੱਲ ਹੈ। ਮੈਂ ਕਿਹਾ ਜੀ ਮੈਂ ਤਾਂ ਪੜ੍ਹਿਆ ਵੀ ਹੈ, ਥੋੜਾ ਜਿਹਾ ਹੈ ਵੀ ਹੈ ਹਿਸਾਬ ਕਿਤਾਬ, ਪਰ ਮੈਂ ਤੇਰੇ ਮਸਲੇ ਦਾ ਹੱਲ ਨਹੀਂ ਕਰ ਸਕਦਾ। ਕਹਿੰਦਾ ਵੀਰੇ ਕਿਵੇਂ ਹੋਊਗਾ? ਮੈਂ ਕਿਹਾ ਆਪਾਂ ਸਤਿਗੁਰਾਂ ਜੀ ਦੇ ਸਿੱਖ ਹੈ ਤੇ ਮਸਲੇ ਦਾ ਹੱਲ ਗੁਰੂ ਨੇ ਕਰਨਾ ਹੈ, ਗੁਰੂ ਨੇ ਕਰਨਾ ਹੈ। ਮੈਂ ਕਿਹਾ ਤੂੰ ਗੁਰੂ ਕੋਲ ਜਾਣਾ ਨਹੀਂ ਛੱਡਣਾ। ਮੈਂ ਤਾਂ ਨਹੀਂ ਤੇਰੇ ਮਸਲੇ ਦਾ ਹੱਲ ਕਰ ਸਕਦਾ, ਮੈਂ ਨਹੀਂ ਦੱਸ ਸਕਦਾ ਤੈਨੂੰ, ਕੁਝ ਵੀ ਪਤਾ ਨਹੀਂ ਮੈਨੂੰ। ਮੈਂ ਐਵੇਂ ਕਹਾਂ, ਮੈਂ ਪੜ੍ਹ ਕੇ ਤਾਂ ਦੱਸ ਦਾਂਗਾ, ਪਰ ਅਨੁਭਵ ਨਹੀਂ ਹੈ ਮੇਰਾ। ਪਤਾ ਹੈਗਾ ਵੀ ਐ ਹੁੰਦਾ, ਇੰਨਾ ਕੁ ਮੈਨੂੰ ਪਤਾ ਹੈ, ਪਰ ਮੈਂ ਕਿਹਾ ਤੇਰਾ ਹੱਲ ਨਹੀਂ ਕਰ ਸਕਦਾ, ਕਿਸੇ ਨੇ ਵੀ ਨਹੀਂ ਕਰਨਾ।
ਉਹ ਸਾਧ ਸੰਗਤ ਜੀ ਉਹਨੇ ਬਚਨ ਮੰਨਿਆ ਤੇ ਉਹਨੇ ਸਤਿਗੁਰਾਂ ਜੀ ਦਾ ਲੜ ਨਹੀਂ ਛੱਡਿਆ, ਸੰਗਤ ਛੱਡੀ ਨਹੀਂ। ਫਿਰ ਮੈਨੂੰ ਦੱਸੇ, ਕਹਿੰਦਾ ਜੀ ਮੇਰਾ ਕੰਮ ਬਣ ਗਿਆ। ਮੈਂ ਕਿਹਾ ਕਿੱਥੋਂ ਬਣਿਆ? ਕਹਿੰਦਾ ਸਾਧ ਸੰਗਤ ਦੇ ਵਿੱਚੋਂ ਬਣਿਆ। ਐਸੇ ਗੁਰਮੁਖਾਂ ਦਾ ਮਿਲਾਪ ਹੋਇਆ ਤੇ ਉਹਨਾਂ ਨੇ ਦੱਸਤਾ ਵੀ ਘੁੰਡੀ ਇਹ ਹੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਗਿਆ ਨਹੀਂ ਕਿਤੇ, ਨਾ ਉਹਨੇ ਕਿਸੇ ਨੂੰ ਪੁੱਛਿਆ ਵੀ ਕੋਈ ਸੰਤ ਕੋਈ ਬ੍ਰਹਮ ਗਿਆਨੀ, ਨਾ ਕਿਤੇ ਗਿਆ, ਕਿਸੇ ਨੂੰ ਪੁੱਛਿਆ ਉਹਨੇ। ਮੈਂ ਇੱਕੋ ਹੀ ਗੱਲ ਕਹੀ ਸੀ, ਮੈਂ ਕਿਹਾ ਸਿੱਖ ਦਾ ਕਾਰਜ ਗੁਰੂ ਨੇ ਕਰਨਾ। ਉਹ ਕਿਹੜਾ ਕੰਮ ਹੈ ਜਿਹੜਾ ਸਿੱਖ ਦਾ ਕਾਰਜ ਗੁਰੂ ਨਹੀਂ ਕਰਦੇ ਬਈ? ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਯਕੀਨ ਕਰੋ, ਯਕੀਨ ਭਰੋਸਾ ਕਰੋ। ਬੰਦੇ ਨੇ ਕੁਝ ਨਹੀਂ ਕਿਸੇ ਦਾ ਸਵਾਰਨਾ, ਕਿਉਂਕਿ ਕਿਸੇ ਦਾ ਆਪਣਾ ਨਹੀਂ ਸਮਰਿਆ, ਸਾਡਾ ਕੀ ਸਵਾਰੂਗਾ? ਸਾਧ ਸੰਗਤ ਜੀ ਅਭਿਆਸੀ ਬੰਦੇ ਜਿਹੜੇ ਅੱਗੇ ਜਾਣਾ ਚਾਹੁੰਦੇ, ਸਤਿਗੁਰੂ ਜੀ ਗੁਰਮੁਖਾਂ ਦਾ ਮਿਲਾਪ ਆਪ ਹੀ ਕਰਵਾ ਦਿੰਦੇ, ਤੁਹਾਨੂੰ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ। ਪਰ ਜੇ ਆਪਾਂ ਗੁਰੂ ਤੇ ਭਰੋਸਾ ਰੱਖਿਆ ਫਿਰ ਕਿਤੇ ਜਾਣ ਦੀ ਲੋੜ ਨਹੀਂ। ਅਗਲਾ ਬਚਨ ਬਾਬਾ ਨਾਨਕ ਸਿੰਘ ਜੀ ਕੀ ਕਰਦੇ? ਉਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਤੇ ਆਸਥਾ ਰੱਖਣੀ ਹੈ, ਸਤਿਕਾਰ ਸਭ ਦਾ ਕਰਨਾ ਹੈ। ਬਾਕੀ ਕਹਿੰਦੇ ਕਿਸੇ ਸੰਤ ਨੂੰ ਲੱਭਣ ਦੀ ਲੋੜ ਨਹੀਂ ਵੀ ਤੁਸੀਂ ਸੰਤ ਨੂੰ ਲੱਭਦੇ ਫਿਰੋ, ਨਾ। ਉਹ ਕਹਿੰਦੇ ਭਾਈ ਇੱਕ ਤਾਂ ਆਪਣਾ ਨਿਤਨੇਮ ਪੱਕਾ ਕਰੋ, ਰਹਿਤ ਤੇ ਦਸਵੰਧ, ਤੇ ਇੱਕ ਇਸ ਤੋਂ ਸਿਵਾਏ ਥੋੜਾ ਜਿਹਾ ਕੰਮ ਵਧਾ ਦਿਓ ਆਪਣਾ। ਉਹ ਉਹਨਾਂ ਨੇ ਦੱਸਿਆ ਵੀ 2 ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਓ, ਨਹੀਂ ਤੇ 10 ਵਾਰੀ ਜਪਜੀ ਸਾਹਿਬ ਪੜ੍ਹ ਲਓ, ਨਹੀਂ ਤੇ ਫਿਰ 6 ਵਾਰੀ ਮੂਲ ਮੰਤਰ ਦੀਆਂ ਮਾਲਾ ਫੇਰ ਲਓ। ਇਸ ਤਰ੍ਹਾਂ ਉਹਨੇ ਕਾਫੀ ਹਿਸਾਬ ਦੱਸਿਆ। ਜਾਂ ਫਿਰ ਮਹੀਨੇ ਵਿੱਚ ਇੱਕ ਸਹਿਜ ਪਾਠ ਦਾ ਭੋਗ ਪਾ ਲਓ। ਇਸ ਤਰ੍ਹਾਂ ਮੇਰੇ ਕਹਿਣ ਦਾ ਭਾਵ ਆਪਣੀ ਨਿਤਨੇਮ ਤੋਂ ਸਿਵਾਏ ਕਿ ਇਹ ਜ਼ਿਆਦਾ ਕੰਮ ਨਹੀਂ ਹੈ, 1.5 ਘੰਟੇ ਦਾ ਕੰਮ ਹੈ, ਪੌਣਾ ਘੰਟਾ ਵੱਖਰਾ। ਉਹ ਕਹਿੰਦੇ ਵੀ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ, ਕਹਿੰਦੇ ਸੰਤ ਕੀ ਤੁਹਾਡੇ ਘਰੇ ਤਾਂ ਰੱਬ ਨੇ ਆ ਜਾਣਾ ਚੱਲ ਕੇ, ਸੰਤ ਦੀ ਤਾਂ ਕਿਹੜੀ ਪਾਇਆ ਵੀ ਨਾ ਆਵੇ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡੇ ਘਰੇ ਗੁਰੂ ਨੇ ਆਪੇ ਆਉਣਾ, ਰੱਬ ਨੇ ਆਪੇ ਆਉਣਾ। ਪਤਾ ਹੀ ਨਹੀਂ ਸੀ ਹੈ ਵੀ ਗੁਰੂ ਨਾਨਕ ਕੌਣ ਹੈ, ਕਿ ਨਹੀਂ ਸੀ ਪਤਾ? ਭਾਈ ਲਾਲੋ ਨੂੰ ਪਤਾ ਸੀ ਗੁਰੂ ਨਾਨਕ ਦਾ? ਨਾ। ਗੁਰੂ ਨਾਨਕ ਸਾਹਿਬ ਜੀ ਨੇ ਆਪ ਉਹਦਾ ਜਾ ਕੇ ਘਰ ਲੱਭਿਆ। ਹੁਣ ਤਾਂ ਪਤਾ ਹੀ ਨਹੀਂ ਸੀ ਗੁਰੂ ਨਾਨਕ ਦੇਵ ਜੀ ਬਾਰੇ। ਬਸ ਉਹ ਕਰ ਰਿਹਾ ਸੀ, ਭਾਵਨਾ ਦੇ ਨਾਲ ਆਪਣਾ ਲੱਗਿਆ ਹੋਇਆ ਸੀ। ਗੁਰੂ ਜੀ ਆਪ ਚਲੇ ਗਏ। ਗੁਰੂ ਆਪ ਸਾਡੇ ਘਰੇ ਆਉਂਦੇ। ਜੇ ਗੁਰੂ ਆ ਗਏ ਤੇ ਬਾਕੀ ਸੰਤ ਤਾਂ ਆਪਣੇ ਆਪ ਹੀ ਆ ਜਾਣਗੇ। ਜਦੋਂ ਸਾਧ ਸੰਗਤ ਆ ਗਈ ਤੇ ਫਿਰ ਬਾਕੀ ਦੇ ਸਭ ਕੁਝ ਆਪੇ ਇੱਥੇ ਹੀ ਹੈ। ਸਭ ਇਹੋ ਜਿਹੀ ਭਾਵਨਾ ਬਣਾਓ। ਸੋ ਕਹਿੰਦੇ ਵੀ ਬੜੀ ਕੋਸ਼ਿਸ਼ ਕੀਤੀ ਹਰਦਿਆਲ ਪੰਡਤ ਜੀ ਨੇ ਵੀ ਉਹਦੀ ਭਾਵਨਾ ਬਣੇ, ਪਰ ਜਿਵੇਂ ਕਹਿੰਦੇ ਵੀ ਸਾਗ ਵੇਚਣ ਵਾਲੇ ਨੂੰ ਮੋਤੀਆਂ ਦੀ ਮਾਲਾ ਦਾ ਪਤਾ ਨਹੀਂ ਨਾ ਹੁੰਦਾ, ਇਸੇ ਤਰ੍ਹਾਂ ਹੀ ਅਸੀਂ ਸਤਿਗੁਰਾਂ ਜੀ ਦੀ ਵਡਿਆਈ ਤੋਂ ਅਣਜਾਣ, ਜਿਵੇਂ ਪਿਤਾ ਕਾਲੂ ਜੀ ਤੇ ਅਸਰ ਨਹੀਂ ਹੋਇਆ। ਨਿਜ ਨਿਕੇਤ ਕੋ ਪੁੰਨ ਚਲ ਆਇਓ। ਪਿਤਾ ਜੀ ਆਪਣੇ ਘਰਾਂ ਨੂੰ ਆ ਜਾਂਦੇ ਹਨ ਵਾਪਸ। ਜਗਤ ਕਾਜ ਹਿਰਦਾ ਬਿਰਮਾਇਓ। ਬਸ ਫਿਰ ਮਨ ਫਿਰ ਸੰਸਾਰ ਦੇ ਕੰਮਾਂ ਦੇ ਵਿੱਚ ਫਸ ਜਾਂਦਾ ਹੈ। ਬਹਰੋ ਅਸਤ ਅਹਿਰਪਤ ਭਇਓ। ਤੇ ਫਿਰ ਸੂਰਜ ਛੁਪ ਜਾਂਦਾ ਹੈ। ਭਈ ਵਿਭਾਵਰ ਗੁਰ ਗ੍ਰਹਿ ਆਇਓ। ਤੇ ਜਦੋਂ ਸ਼ਾਮਾਂ ਪਈਆਂ ਨਾ, ਤੇ ਸ਼ਾਮ ਪਏ ਤੋਂ ਸਤਿਗੁਰੂ ਜੀ ਆਪਣੇ ਘਰੇ ਹੁੰਦੇ। ਮਾਹੌਲ ਇਹ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਪੜ੍ਹੋ, ਉਹ ਵੀ ਦਿਨ ਚੂਪੇ ਤੋਂ ਘਰੇ ਆਉਂਦੇ ਸਨ। ਕਈ ਵਾਰੀ ਰਹਿਰਾਸ ਸਾਹਿਬ ਜੀ ਦਾ ਪਾਠ ਲੇਟ ਹੁੰਦਾ ਸੀ। ਉਦੋਂ ਹੁੰਦਾ ਸੀ ਜਦੋਂ ਸਤਿਗੁਰੂ ਜੀ ਘਰੇ ਆ ਜਾਂਦੇ। ਜਦੋਂ ਆ ਜਾਂਦੇ ਨਾ ਫਿਰ ਪਾਠ ਹੁੰਦੇ ਰਹਿਰਾਸ ਸਾਹਿਬ ਜੀ ਦਾ। ਇਹ ਤਖਤ ਸ੍ਰੀ ਪਟਨਾ ਸਾਹਿਬ ਦੀ ਮਰਿਆਦਾ ਰਹੀ ਹੈ। ਇਹ ਸਭ ਤੋਂ ਬਾਅਦ ਵਿੱਚ ਪਾਠ ਹੁੰਦਾ ਸੀ ਤਖਤ ਪਟਨਾ ਸਾਹਿਬ ਤੇ। ਵੀ ਸਤਿਗੁਰੂ ਜੀ ਲੇਟ ਆਉਂਦੇ ਸਨ ਘਰੇ ਤੇ ਉਸੇ ਹਿਸਾਬ ਦੇ ਨਾਲ ਫਿਰ ਪਾਠ ਹੁੰਦਾ ਸੀ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਨੂੰ ਸਾਰਿਆਂ ਨੂੰ ਹੁਕਮ ਹੈ ਵੀ ਸੂਰ ਚਿਪ ਦੇ ਨਾਲ ਕਰ ਲਿਓ, ਪਰ ਆਪ ਮਾਲਕ ਹੁੰਦਾ ਸੀ ਰਾਤ ਨੂੰ ਜਦੋਂ ਆਉਣਾ ਉਹਦੇ ਪਾਠ ਹੋਣਾ। ਮਰਿਆਦਾ ਰਹੀ ਤਖਤ ਪਟਨਾ ਸਾਹਿਬ ਦੀ। ਲੇਟ ਪਾਠ ਹੁੰਦਾ ਸੀ ਸਭ ਤੋਂ, ਵੀ ਜਿਹੜੇ ਵਕਤ ਗੁਰੂ ਜੀ ਆਉਂਦੇ ਉਸੇ ਵਕਤ ਪਾਠ ਹੋਇਆ ਕਰਦਾ ਸੀ।
ਸੂਰਜ ਛੁਪਣ ਤੋਂ ਬਾਅਦ ਸ਼ਾਮਾਂ ਪੈ ਜਾਂਦੀਆਂ, ਹਨੇਰਾ ਹੋ ਜਾਂਦਾ ਹੈ। ਜਦੋਂ ਸਤਿਗੁਰੂ ਜੀ ਆਪਣੇ ਘਰੇ ਆਉਂਦੇ ਨੇ, ਹੇਰਤ ਮਾਤ ਰੂਪ ਬਲ ਜਾਵਹਿ। ਦੇਖ ਕੇ ਸਤਿਗੁਰਾਂ ਜੀ ਦੇ ਸੋਹਣੇ ਮੁਖ ਨੂੰ ਮਾਤਾ ਸਦਕੇ ਜਾਂਦੀ ਹੈ। ਪਾਨ ਆਪਨੇ ਭੋਜ ਖਵਾਵਹਿ। ਮਾਤਾ ਜੀ ਆਪਣੇ ਹੱਥੀਂ ਪ੍ਰਸ਼ਾਦਾ ਕੋਲ ਬਿਠਾ ਕੇ ਛਕਾਉਂਦੇ ਹਨ। ਦੋਹਰਾ ਪੈ ਪਿਆਏ ਪੁਨ ਮਾਤ ਲੈ, ਸੂਤੀ ਸੁਠ ਪਰ ਅੰਕ। ਇਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ਼ਾਮਾਂ ਦੇ ਸਮੇਂ ਪ੍ਰਸ਼ਾਦਾ ਛਕ ਕੇ ਮਾਤਾ ਜੀ ਦੇ ਨਾਲ ਸੌਣ ਲੱਗੇ ਨੇ। ਉਹ ਪ੍ਰਕਰਣ ਆਪਾਂ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰਿ ਹਰੇ ਹਰਿ ਹੋਵਨ ਹਾਰ। ਹੇ ਸੰਤੈ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹਿਐ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ। ਏਕ ਅੱਖਰ ਹਰਿ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ।